सरकार हिली पई है, हिलण ले ओहदे कोल खड़ने ले बचिया नहीं कुछ हैगा, वो गिरनी है, हिल हिल के गिर जावे तो ज़्यादा वधिया। सरकार ढीठ है तो असीं भी ढीठ है, क्योंकि ये तसीर है साडी। ਬੱਚਿਆਂ ਮੇਰਿਆਂ ਨੂੰ ਪਤਾ ਹੋਣਾ ਚਾਹੀਦਾ ਆ, ਅੱਜ ਮੈਂ ਖੜੀ ਆ, ਕੱਲ ਨੂੰ ਕੁਝ ਹੋਰ ਕਦਮ ਹੋਊਗੇ ਤਾਂ ਅਸੀਂ ਕਿੱਦਾਂ ਲੜਨਾ ਆ ਕਿ ਅਸੀਂ ਵੀ ਰੋਟੀ ਖਾਣੀ, ਚਾਹੇ ਜ਼ਿਮੀਦਾਰ ਹੋਈਏ ਚਾਹੇ ਨਾ, ਰੋਟੀ ਤਾਂ ਸਭ ਨੇ ਖਾਣੀ ਆ। ਇਹ ਥੋੜਾ ਵੀ ਅੱਜ ਤੁਸੀਂ ਪ੍ਰਧਾਨ ਮੰਤਰੀ ਬਣ ਗਏ, ਜਿੱਦਣ ਤੁਸੀਂ ਪ੍ਰਧਾਨ ਮੰਤਰੀ ਨਹੀਂ ਸੀ ਉਦੋਂ ਠੁਮਕੇ ਲਗਾਉਂਦੇ ਫਿਰਦੇ ਸੀ ਸਿਲੰਡਰ ਮੋਢੇ ਤੇ ਰੱਖ ਕੇ। ਅੱਜ ਹੀ ਸਿਲੰਡਰ ਮਹਿੰਗਾ ਹੋ ਗਿਆ ਤਾਂ ਹੁਣ ਰੋਜ਼ ਸਿਲੰਡਰ ਮਹਿੰਗਾ ਹੁੰਦਾ, ਰੋਜ਼ ਡੀਜ਼ਲ ਵੱਧਦਾ, ਰੋਜ਼ ਪੈਟਰੋਲ ਵੱਧਦਾ। ਜਿਹੜੇ ਰਾਜਨੀਤਿਕ ਲੋਕ ਆ ਇਹਨਾਂ ਨੇ ਤਾਂ ਇਹ ਫੜਿਆ ਹੋਇਆ, ਜਦੋਂ ਤਾਂ ਵੋਟਾਂ ਪੈਣੀਆਂ ਉਦੋਂ ਵੱਡੇ ਵੱਡੇ ਵਾਅਦੇ ਕਰਨੇ ਇਹਨਾਂ ਨੇ, ਇੰਨੇ ਵਾਅਦੇ ਕਰਨੇ, ਬਾਅਦ ਸ਼ੁਕਲ ਕਰਦੇ ਹੱਸਦੇ ਆ ਵੀ ਅਸੀਂ ਇੰਨੇ ਵਾਅਦੇ ਝੂਠੇ ਕਰ ਲਏ ਆ। ਇਹ ਲੋਕ ਜੇ ਜਾਗਰੂਕ ਹੋ ਜਾਣਗੇ ਫੇਰ ਇਹਨਾਂ ਨੂੰ ਕੰਨੋਂ ਫੜ ਕੇ ਪੁੱਛਣਗੇ ਉਹ ਕਿਹੜਾ ਲੀਡਰ ਆ ਤੂੰ, ਜੇ ਵਾਅਦੇ ਕਰਕੇ ਗਿਆ ਨਿਭਾਇਆ ਨਹੀਂ ਤਾਂ ਹੁਣ ਚੱਲ ਬਾਹਰ। ਜਦੋਂ ਮਹਾਰਾਜਾ ਰਣਜੀਤ ਸਿੰਘ ਸੀ ਉਦੋਂ ਸਾਡੇ ਕੋਲ ਜਿਹੜੀ ਉੱਥੇ ਦਾ ਪਾਉਂਡ ਸੀ, ਡਾਲਰ ਸੀ, ਜੋ ਵੀ ਸੀ, ਉਹਦੀ ਕੀਮਤ ਕਿੰਨੀ ਸੀ? ਸਾਡੀ ਕੀਮਤ ਜ਼ਿਆਦਾ ਸੀ, ਉਹਨਾਂ ਦੀ ਘੱਟ ਸੀ। ਤੇ ਅੱਜ ਕਿੱਥੇ ਖੜੇ ਆ ਅਸੀਂ? ਇਹ ਕਿਹੜੇ ਡਿਜੀਟਲ ਦੇਸ਼ ਦੀ ਗੱਲ ਕਰਦੇ ਆ? ਇਹਨਾਂ ਦਾ ਪਤਾ ਹੀ ਨਹੀਂ ਲੱਗਦਾ ਕਿ ਕਿਹੜਾ ਬੰਦਾ ਕਿਹੜਾ ਲੀਡਰ ਆ, ਕਿਹੜੀ ਪਾਰਟੀ ਦਾ। ਮੈਂ ਕਹਿੰਦਾ ਕਿਹੜੀ ਵੀ ਮਰਜ਼ੀ ਪਾਰਟੀ ਦਾ ਹੋਵੇ, ਕਦੋਂ ਇਹ ਬਲਾਤਕਾਰੀ ਕਰਦਾ ਫੜਿਆ ਜਾਣਾ ਤੇ ਫੇਰ ਕਹਿੰਦੇ ਸਾਡੇ ਪਾਰਟੀ ਦਾ ਨਹੀਂ ਹੈ। ਦੇਸ਼ ਦੀਆਂ ਤੇਲ ਕੰਪਨੀਆਂ, 에ਅਰ ਇੰਡੀਆ, ਜਿਹੜੀਆਂ ਟੈਲੀਫੋਨ ਕੰਪਨੀਆਂ, ਸਾਰਿਆਂ ਨੂੰ ਵੇਚ ਕੇ ਇਵਨ ਰੇਲਵੇ ਤੱਕ ਦਾ ਵੀ ਨਿੱਜੀਕਰਨ ਕਰਕੇ ਆਮ ਲੋਕਾਂ ਦੀ ਆਵਾਜ਼ ਨੂੰ ਬਿਲਕੁਲ ਖਤਮ ਕਰ ਦਿੱਤਾ। ਜਨ ਅੰਦੋਲਨ ਨੇ ਦਿੱਲੀ ਦੀਆਂ ਸਰਹੱਦਾਂ ਤੇ ਸੈਂਚਰੀ ਮਾਰ ਦਿੱਤੀ ਹੈ। 100 ਦਿਨ ਤੋਂ ਵੱਧ ਦਾ ਸਮਾਂ ਹੋ ਗਿਆ, ਪਰ ਉਹ ਡੈਡਲੌਕ ਜਿਹੜਾ ਆਖਰੀ ਮੀਟਿੰਗ ਦੇ ਵਿੱਚ ਬਣਿਆ ਸੀ 22 ਜਨਵਰੀ ਨੂੰ, ਉਹ ਅਜੇ ਦੁਬਾਰਾ ਟੁੱਟਦਾ ਨਜ਼ਰ ਨਹੀਂ ਆ ਰਿਹਾ। ਇਸ ਸਭ ਦੇ ਦਰਮਿਆਨ ਜਿੱਥੇ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਵੱਖ-ਵੱਖ ਪ੍ਰੋਗਰਾਮ ਉਲੀਕੇ ਜਾ ਰਹੇ ਆ, ਐਲਾਨੇ ਜਾ ਰਹੇ ਆ, ਅੱਜ ਵੀ ਮੀਟਿੰਗ ਹੋਈ ਹੈ ਸੰਯੁਕਤ ਕਿਸਾਨ ਮੋਰਚੇ ਦੀ, ਨਵੇਂ ਪ੍ਰੋਗਰਾਮ ਐਲਾਨੇ ਗਏ। ਉਹ ਸਭ ਦੇ ਦਰਮਿਆਨ ਪਿੰਡਾਂ, ਥਾਵਾਂ ਤੇ ਸ਼ਹਿਰਾਂ ਦੇ ਵਿੱਚ ਇਸ ਅੰਦੋਲਨ ਦਾ ਸਮਰਥਨ ਕਰਨ ਲਈ ਲੋਕ ਆਪ ਮੁਹਾਰੇ ਸੜਕਾਂ ਤੇ ਉਤਰ ਰਹੇ ਆ। ਅੱਜ ਵੀ ਫਗਵਾੜੇ ਦੇ ਵਿੱਚ ਜਿਹੜਾ ਆ ਹਰਗੋਬਿੰਦ ਨਗਰ ਹੈ, ਔਰ ਇਸ ਇਲਾਕੇ ਦੇ ਵਿੱਚ ਬਹੁਤੀ ਸ਼ਹਿਰੀ ਵਸੋਂ ਰਹਿੰਦੀ। ਆਮ ਤੌਰ ਤੇ ਇਹ ਕਿਹਾ ਜਾਂਦਾ ਨਾ ਕਿ ਪੇਂਡੂ ਇਲਾਕੇ ਦਾ ਅੰਦੋਲਨ ਹੈ ਜੀ, ਕਿਸਾਨਾਂ ਦਾ ਅੰਦੋਲਨ ਹੈ, ਪਰ ਇਸ ਸ਼ਹਿਰੀ ਵਸੋਂ ਦੇ ਵਿੱਚ ਜਿੰਨੇ ਜ਼ੋਰਦਾਰ ਤਰੀਕੇ ਨਾਲ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ। ਔਰ ਇਹ ਵਕਤ ਵੀ ਜਿਹੜਾ ਗੱਲ ਕਰ ਲਈਏ ਕੋਈ 8:30 ਵਜੇ ਦਾ ਸਮਾਂ ਆ ਰਾਤ ਦਾ, ਇਹ ਵਕਤ ਆਮ ਤੌਰ ਤੇ ਸ਼ਹਿਰਾਂ ਦੇ ਲੋਕ ਜਿਹੜੇ ਨਾ ਥੋੜਾ ਜਿਹਾ ਬਾਹਰ ਨਿਕਲਦੇ ਨੇ, ਰੇਹੜੀਆਂ ਦੇ ਵੱਲ ਥੋੜਾ ਆਨੰਦ ਲੈਣ ਲਈ, ਸਾਰੇ ਦਿਨ ਦੀ ਕੰਮ ਦੀ ਥਕਾਨ ਤੋੜਨ ਦੇ ਲਈ ਨਿਕਲਦੇ ਨੇ। ਪਰ ਇਹ ਸਮਾਂ ਫਗਵਾੜੇ ਦੇ ਵਿੱਚ ਸ਼ਹਿਰੀਆਂ ਦੇ ਵੱਲੋਂ ਦਿੱਤਾ ਜਾ ਰਿਹਾ ਇਸ ਅੰਦੋਲਨ ਨੂੰ, ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ। ਬਹੁਤ ਸਾਰੇ ਲੋਕ ਲੰਬੀਆਂ ਕਤਾਰਾਂ ਬਣ ਕੇ ਖੜੇ ਸਾਡੇ ਨਾਲ ਇੱਥੇ ਫਲੈਸ਼ ਕਾਰਡ ਹੱਥਾਂ ਦੇ ਵਿੱਚ ਫੜੇ ਹੋਏ ਨੇ। ਅਰਦਾਸ ਕਰੋ ਹੱਕਾਂ ਲਈ ਲੜਨ ਵਾਲਿਆਂ ਦੀ ਜਿੱਤ ਹੋਵੇ, ਇਹ ਫਲੈਸ਼ ਕਾਰਡ ਨੇ। ਡੂ ਨਾਟ ਫੇਡ। ਪਹਿਲਾਂ ਤਾਂ ਮੈਂ ਇਧਰਲੇ ਪਾਸੇ ਨੂੰ ਚੱਲ ਜਾਣਾ ਕਿਉਂਕਿ ਮੀਡੀਆ ਦੀ ਗੱਲ ਕੀਤੀ ਹੈ ਤੇ ਮੀਡੀਆ ਦੇ ਜ਼ਰੀਏ ਅਸੀਂ ਆਵਾਜ਼ ਜਿਹੜੀ ਆ ਬੁਲੰਦ ਕਰ ਰਹੇ ਆ। ਇਹ ਕਾਰਡ ਤੁਸੀਂ ਫਲੈਸ਼ ਕੀਤਾ ਹੋਇਆ ਮੀਡੀਆ ਨੂੰ ਲੈ ਕੇ ਕਿ ਇਹਨਾਂ ਚੀਜ਼ਾਂ ਦੇ ਉੱਤੇ ਜਿਹੜਾ ਵਿਸ਼ਵਾਸ ਨਾ ਕੀਤਾ ਜਾਵੇ, ਇਹਨਾਂ ਖਾਸ ਤੌਰ ਤੇ ਚੈਨਲਾਂ ਤੇ ਵਿਸ਼ਵਾਸ ਨਾ ਕੀਤਾ ਜਾਵੇ। ਇਹ ਵਿਸ਼ੇਸ਼ ਤੌਰ ਤੇ ਕਿਉਂ ਇਹ ਚੀਜ਼ ਕੀਤੀ ਜਾ ਰਹੀ ਹੈ? ਕਿਉਂਕਿ ਅਸੀਂ ਵੀ ਮੀਡੀਆ ਦੇ ਜ਼ਰੀਏ ਤੁਹਾਡੀ ਆਵਾਜ਼ ਪਹੁੰਚਾ ਰਹੇ ਹਾਂ। ਇਹ ਭਾਜੀ ਫਰਕ ਆ ਮੀਡੀਆ ਦਾ, ਮੀਡੀਆ ਦੀ ਜ਼ਮੀਰ ਦਾ, ਮੀਡੀਆ ਦੇ ਈਮਾਨ ਦਾ। ਕਿਉਂਕਿ ਇੱਕ ਸੱਚੀ ਗੱਲ ਦੱਸਣਾ ਹਰ ਇੱਕ ਦੇ ਵੱਸ ਦੀ ਗੱਲ ਨਹੀਂ ਹੈ। ਹਰ ਇੱਕ ਨੂੰ ਆਪਣੀ ਜੌਬ ਦੀ ਪਈ ਆ। ਅੱਜ ਜਿੰਨੀ ਸਭ ਦੀ ਦੌੜ ਲੱਗੀ ਹੋਈ ਆ ਆਪਣੇ ਮੈਂ ਕਰਨੇ 'ਚ, ਹਰ ਇੱਕ ਮੀਡੀਆ 'ਚ ਦਮ ਨਹੀਂ ਹੈਗਾ। ਕੁਝ ਕੁ ਹੈਗੇ ਆ ਜਿਹੜੇ ਕਿ ਤੁਹਾਡੇ ਵਰਗੇ ਸਹੀ ਦਿਖਾਉਂਦੇ ਆ, ਔਰ ਅਸੀਂ ਸਿਰਫ ਤੁਹਾਡੇ ਚੈਨਲ ਹੀ ਜ਼ਿਆਦਾ ਦੇਖੀਦੇ ਆ ਕਿਉਂਕਿ ਸਾਨੂੰ ਪਤਾ ਜੋ ਇੱਥੇ ਹੈਗਾ ਥੋੜਾ ਬਹੁਤਾ ਤਾਂ ਸੱਚ ਹੈਗਾ, ਹੈ ਨਾ। ਬਾਕੀ ਮੀਡੀਆ ਨੂੰ ਅਸੀਂ ਬਾਈਕਾਟ ਅਸੀਂ ਅੱਜ ਦਾ ਨਹੀਂ ਕੀਤਾ ਹੋਇਆ। ਮੇਰੇ ਖਿਆਲ ਸਾਨੂੰ ਆਪਣੇ ਪਰਸਨਲ ਘਰਾਂ ਟੀਵੀ ਤੇ 3-3 4-4 ਸਾਲ ਹੋ ਗਏ ਅਸੀਂ ਇਹਨਾਂ ਨੂੰ ਬਾਈਕਾਟ ਕੀਤਾ। ਸਾਨੂੰ ਪਤਾ ਹੁੰਦਾ ਸੀ ਇਹਨਾਂ ਨੇ ਤਾਂ ਸਹੀ ਦੱਸਣਾ ਹੀ ਨਹੀਂ ਹੈਗਾ, ਇਸ ਕਰਕੇ ਅਸੀਂ ਮੀਡੀਆ ਨੂੰ ਇਹਨਾਂ ਨੂੰ ਬਾਈਕਾਟ ਕਰ। ਲੋਕਲ ਮੀਡੀਆ ਹੈਗਾ ਜਿਹੜਾ ਸਾਡੀ ਆਵਾਜ਼ ਅੱਗੇ ਤੱਕ ਲਿਜਾਂਦਾ ਆ, ਔਰ ਅਸੀਂ ਇਸ ਗੱਲ 'ਚ ਖੁਸ਼ ਹਾਂ ਕਿ ਜ਼ਰੂਰੀ ਨਹੀਂ ਕਿ ਬਹੁਤ ਹਾਈ ਲੈਵਲ ਹੀ ਸਾਨੂੰ ਚਾਹੀਦਾ, ਨਾਰਮਲ ਲੈਵਲ ਤੇ ਰਹਿ ਕੇ ਵੀ ਬੰਦਾ ਆਪਣਾ ਗੁਜ਼ਾਰਾ ਕਰ ਸਕਦਾ ਹੈ। ਸੱਚ ਹੋਣਾ ਚਾਹੀਦਾ, ਭਾਵੇਂ ਛੋਟਾ ਹੋਵੇ ਵੱਡਾ ਹੋਵੇ, ਜਦੋਂ ਸੱਚ ਬੋਲਦਾ ਤਾਂ ਸਹੀ ਮਾਇਨੇ ਦੇ ਵਿੱਚ ਬਿਲਕੁਲ। ਅੱਛਾ, ਇੱਕ ਚੀਜ਼ ਹੋ ਰਿਹਾ, ਇਹ ਨਾਰਾ ਲੱਗਦਾ ਇਸ ਅੰਦੋਲਨ ਦੇ ਦਰਮਿਆਨ ਕਿ ਜ਼ਮੀਨਾਂ ਵਾਲੇ ਤਾਂ ਲੜਾਈ ਲੜਦੇ ਹੀ ਪਏ ਨੇ, ਜਿਨ੍ਹਾਂ ਕੋਲ ਜ਼ਮੀਨਾਂ ਨਹੀਂ ਹੈ, ਜੇ ਉਹਨਾਂ ਦੇ ਕੋਲ ਜ਼ਮੀਰ ਹੈਗਾ ਤੇ ਉਹ ਵੀ ਇਸ ਲੜਾਈ ਦੇ ਵਿੱਚ ਕੁੱਦੇ ਹੋਏ। ਬਹੁਤ ਸਾਰੇ ਲੋਕ ਇਹ ਫਲੈਗ ਕਰਦੇ ਆ ਕਿ ਹਾਂ ਦੇਖੋ ਸਾਡੇ ਕੋਲ ਜ਼ਮੀਨ ਨਹੀਂ ਪਰ ਜ਼ਮੀਰ ਹੈਗਾ।
ਤੁਸੀਂ ਜੇ ਆਪਣੀ ਗੱਲ ਕਰੋ, ਬਾਈ ਪ੍ਰੋਫੈਸ਼ਨ ਕੀ ਹੋ, ਕਿੱਤੇ ਦੇ ਵਜੋਂ ਕੀ ਹੈ, ਜ਼ਮੀਨ ਹੈ ਤੁਹਾਡੇ ਕੋਲ, ਖੇਤੀ ਕਰਦੇ ਹੋ, ਜਾਂ ਇਸ ਅੰਦੋਲਨ ਦੇ ਪੱਖ ਦੇ ਵਿੱਚ ਲੱਗਾ ਕਿ ਜ਼ਮੀਰ ਦੇ ਤੌਰ ਤੇ ਹੀ ਖੜਨਾ ਚਾਹੀਦਾ? ਬਾਈ ਪ੍ਰੋਫੈਸ਼ਨ ਸਾਡੀ ਇੰਡਸਟਰੀ ਆ, ਫੈਮਿਲੀ ਬਿਜ਼ਨਸ ਹੈਗਾ ਸਾਡਾ, ਬਟ ਥੋੜੀ ਬਹੁਤੀ ਜ਼ਮੀਨ ਮੈਨੂੰ ਲੱਗਦਾ ਸਭ ਕੋਲ ਹੁੰਦੀ ਆ, ਪਰ ਜ਼ਮੀਰ ਤਾਂ ਕਹਿੰਦੇ ਬੱਚੇ ਤੋਂ ਬੁੱਢੇ ਤੱਕ ਜ਼ਮੀਰ ਉਹਦੇ ਵਿੱਚ ਹੁੰਦੀ ਆ। ਅਸੀਂ ਆਪਣੇ ਬੱਚਿਆਂ ਨੂੰ ਕੀ ਸਿਖਾਉਂਗੇ ਜੇ ਇੰਨੇ ਸਾਲਾਂ ਦੇ ਅਸੀਂ ਦੱਬੇ ਆ ਰਹੇ ਆ? ਚਲੋ ਕੋਈ ਗੱਲ ਨਹੀਂ, ਇਹ ਸਾਡਾ ਮੁੱਦਾ ਨਹੀਂ ਹੈ, ਸਾਡਾ ਅਸੀਂ ਸਭ ਇਗਨੋਰ ਕਰਦੇ ਇਹਨਾਂ ਚੀਜ਼ਾਂ ਨੂੰ, ਬਟ ਹੁਣ ਇਹ ਜ਼ਿੰਦਗੀ ਦਾ, ਹਰੇਕ ਦੀ ਜ਼ਿੰਦਗੀ ਦਾ ਐਡਾ ਵੱਡਾ ਮੁੱਦਾ ਕਿ ਜੋ ਅਸੀਂ ਆਪਣਾ ਅਰਨ ਕਰਦੇ ਆ ਉਹਦੇ ਵਿੱਚ ਵੀ ਅਸੀਂ ਸੈਟੀਸਫਾਈਡ ਨਹੀਂ ਆ, ਤਾਂ ਇਹ ਤੋਂ ਵੱਡਾ ਮੁੱਦਾ ਜ਼ਿੰਦਗੀ 'ਚ ਨਹੀਂ ਹੋ ਸਕਦਾ। ਕੱਲ ਨੂੰ ਅਸੀਂ ਆਪਣੇ ਬੱਚਿਆਂ ਨੂੰ ਅਸੀਂ ਕਿਸ ਬੇਸ ਤੇ ਕਵਾਂਗੇ ਗਰੋਥ ਕਰਨੀ ਆ? ਤੁਸੀਂ ਉਹਨਾਂ ਨੇ ਤਾਂ ਹੀ ਕਹਿਣਾ ਨਾ, ਤੁਸੀਂ ਉਸ ਟਾਈਮ ਤੇ ਉੱਠੇ ਨਹੀਂ, ਅਸੀਂ ਕੀ ਗਰੋਥ ਕਰਕੇ ਦਿਵਾਈਏ ਤੁਹਾਨੂੰ? ਇਸ ਕਰਕੇ ਜ਼ਮੀਰ ਸਾਡੀ ਤਾਂ ਜਾਗੀ ਹੋਈ ਆ। ਮੈਂ ਕਹਿੰਦੀ ਹਾਂ ਜੇ ਬਾਕੀਆਂ ਦੀ ਜਾਗ ਜਾਵੇ ਨਾ, ਇਹ ਸਰਕਾਰ ਹਿੱਲੀ ਪਈ ਹੈ, ਹਿੱਲਣ ਲਈ ਉਹਦੇ ਕੋਲ ਹੁਣ ਖੜਨੇ ਲਈ ਬਚਿਆ ਨਹੀਂ ਕੁਛ ਹੈਗਾ, ਉਹ ਗਿਰਨੀ ਹੈ। ਹਿੱਲ ਕੇ ਗਿਰ ਜਾਵੇ ਤਾਂ ਜ਼ਿਆਦਾ ਵਧੀਆ, ਨਹੀਂ ਤਾਂ ਲੋਕਾਂ ਨੇ ਤਾਂ ਸਿੱਟਣ ਤੇ ਆਏ ਪਏ, ਉਹ ਸਮਝ ਜਾਓਗੇ ਇਸ਼ਾਰਾ। ਉਹ ਇਹ ਕਹਿੰਦੇ ਅੰਨੀ ਬੋਲੀ ਸਮਝਣੇ ਨੂੰ ਨਹੀਂ ਤਿਆਰ ਹੈਗੀ ਉਹ ਚੀਜ਼ਾਂ। ਵੱਡੀ ਗੱਲ ਹੈ, ਡਿੱਗਣ ਨਾਲੋਂ ਜ਼ਿਆਦਾ ਬਿਹਤਰ ਨਹੀਂ ਹੈ ਕਿ ਕਬੂਲ ਕਰ ਲਵੇ ਜਿਹੜੀਆਂ ਮੰਗਾਂ ਜਿਹੜੀਆਂ ਉਹ ਰੱਖੀਆਂ ਜਾ ਰਹੀਆਂ। ਸ਼ਾਇਦ ਥੋੜੀ ਬਹੁਤੀ ਇੱਜ਼ਤ ਰਹਿ ਜਾਂਦੀ। ਇੱਕ ਬੰਦਾ ਨੇ ਕਹਿੰਦਾ, ਇੱਕ ਕਹਿੰਦੇ ਘਰ ਦਾ ਮੁਖੀ ਇੱਕ ਜਿੱਦੀ ਆ, ਜਿੱਦੀ ਆ, ਜਿੱਦੀ ਆ, ਪਰ ਜੇ ਅਸੀਂ ਫੈਮਿਲੀ ਮੈਂਬਰਸ ਉਹਨੂੰ ਸਮਝਾਉਂਦੇ ਆ ਕਿ ਨਹੀਂ ਇਸ ਪੱਖ ਤੇ ਸਾਰਿਆਂ ਦੀ ਇਹ ਰਾਏ ਆ, ਤਾਂ ਉਹ ਮੰਨ ਜਾਂਦਾ। ਪਰ ਇਹ ਢੀਠ ਜੀ ਸਰਕਾਰ ਤਾਂ ਮੰਨਣੇ ਨਹੀਂ ਤਿਆਰ। ਇਹਦੇ ਤਾਂ ਕੀ ਕਹਿੰਦੇ ਵੀ ਸਰੀਆ ਹੀ ਲੱਗਾ ਇਹਦੇ ਇਸ ਗਰਦਨ। ਕੋਈ ਗੱਲ ਨਹੀਂ, ਸਰਕਾਰ ਕਹਿੰਦੀ ਹੁਣੀ ਆ ਕਿ ਪ੍ਰਦਰਸ਼ਨ ਕਰਨ ਵਾਲੇ ਢੀਠ ਆ। ਅਸੀਂ ਤਾਂ ਢੀਠ, ਜੇ ਇਹ ਸਰਕਾਰ ਤੋਂ ਸਿੱਖਿਆ, ਸਰਕਾਰ ਢੀਠ ਆ ਤਾਂ ਅਸੀਂ ਵੀ ਢੀਠ ਆ, ਕਿਉਂਕਿ ਇਹ ਤਸਵੀਰ ਆ ਸਾਡੀ। ਜੇ ਸਰਕਾਰ ਦੀ ਤਸਵੀਰ ਹੈ ਤਾਂ ਅਸੀਂ ਲੋਕਾਂ ਨੇ ਵੀ ਬਣਾ ਲਈ ਆਪਣੀ ਤਸਵੀਰ। ਅਸੀਂ ਢੀਠ ਆ ਤਾਂ ਢੀਠਾ, ਸਰਕਾਰ ਢੀਠਪੁਣੇ ਤੇ ਅੜੀ ਅੜੀ ਰਵੇ, ਅਸੀਂ ਵੀ ਖੜੇ ਆ। ਅਸੀਂ ਹੁਣ ਆਪਣੇ ਭਾਈਚਾਰੇ ਨੂੰ ਛੱਡ ਕੇ ਤਾਂ ਨਹੀਂ, ਸਰਕਾਰ ਨੇ ਤਾਂ ਸਾਨੂੰ ਕੀ ਦੇਣਾ? ਸਰਕਾਰ ਨੇ ਤਾਂ ਸਾਡੇ ਜੇਬਾਂ 'ਚੋਂ ਲੈਣਾ। ਅਸੀਂ ਟੈਕਸ ਪੇਅਰ ਆ, ਸਭ ਕੁਝ ਪੇ ਕਰਦੇ ਆ, ਹੈ ਨਾ? ਸਾਨੂੰ ਉਹਦਾ ਕੀ ਬੈਨੀਫਿਟ ਮਿਲਦਾ? ਅੱਛਾ, ਤੁਸੀਂ ਬੜੇ ਨਾ ਦਰੁਸਤ ਤਰੀਕੇ ਨਾਲ ਗੱਲ ਕਰਦੇ ਹੋ। ਮੇਰਾ ਦਿਲ ਕਰਦਾ ਇੱਕ ਸਵਾਲ ਹੋਰ ਕਰਾਂ। ਟੈਕਸ ਪੇਅਰ ਦੀ ਗੱਲ ਤੁਸੀਂ ਗੱਲ ਕਰਤੀ ਹੈ, ਸਰਕਾਰ ਇਹ ਵੀ ਦਾਅਵਾ ਕਰਦੀ ਕਿਸਾਨ ਤਾਂ ਟੈਕਸ ਦਿੰਦਾ ਹੀ ਨਹੀਂ ਹੈ, ਉਹਨੂੰ ਤਾਂ ਟੈਕਸ ਮਾਫ ਹੈ, ਉਹਨੂੰ ਤਾਂ ਅਸੀਂ ਸਬਸਿਡੀਆਂ ਦਿੰਨੇ ਆ। ਅਸੀਂ ਇਹ ਕਹਿੰਦੇ ਆ ਕਿਉਂ ਭਿਖਾਰੀ ਬਣਾਣੇ? ਤੁਸੀਂ ਕਹਿੰਦੇ ਆ ਕਿ ਇੱਕ ਲੋਅਰ ਤਬਕੇ ਨੂੰ ਅਸੀਂ ਫ੍ਰੀ ਦਿੰਨੇ ਆ ਚੀਜ਼ਾਂ। ਅਰੇ ਤੁਸੀਂ ਫ੍ਰੀ ਦੀ ਬਜਾਏ ਤੁਸੀਂ ਉਹਨਾਂ ਦੇ ਇਨਕਮ ਸੋਰਸ ਜੇ ਵਧਾ ਦਿਓ, ਕਿਸੇ ਨੂੰ ਭਿਖਾਰੀ ਬਣਨ ਦੀ ਲੋੜ ਨਾ ਪਵੇ। ਪਰ ਜਿੰਨੀਆਂ ਕਿ ਸਰਕਾਰਾਂ ਆਉਂਦੀਆਂ ਨਾ, ਅੱਜ ਇਹ ਐਸਸੀ ਬੀਸੀ ਨੂੰ, ਇਹ ਪਰਸਨਲੀ ਮੇਰੀ ਸੋਚ ਹੈ, ਮੈਂ ਕਿਸੇ ਨੂੰ ਟਾਰਗੇਟ ਨਹੀਂ ਕਰਦੀ, ਕਿ ਕਿਉਂ ਨਹੀਂ ਇਨਕਮ ਸੋਰਸ ਵਧਾਉਂਦੀ, ਕਿਉਂ ਨਹੀਂ ਰੋਜ਼ਗਾਰ ਵਧਾਉਂਦੀ? ਕਿਸੇ ਨੂੰ ਮੰਗਣ ਦੀ ਸਰਕਾਰ ਤੋਂ ਲੋੜ ਹੀ ਨਾ ਪਵੇ। ਉਹਦਾ ਹੱਕ ਆ, ਉਹਨੂੰ ਪੂਰੀ ਤਨਖਾਹ ਮਿਲਣ, ਉਹਦਾ ਹੱਕ ਆ, ਉਹ ਆਪਣੀ ਜੇਬ ਤੋਂ ਲੈ ਲੂਗਾ। ਕਿਉਂ ਸਰਕਾਰਾਂ ਇਹ ਹਰ ਵੇਲੇ ਇਲੈਕਸ਼ਨਾਂ ਦੇ ਨੇੜੇ ਅੱਜ ਕਿਸਾਨਾਂ ਨੂੰ ਜੀ ਬਿਜਲੀ ਫ੍ਰੀ ਕਿਉਂ ਕਰਦੇ ਆ? ਇੰਨੀਆਂ ਜ਼ਮੀਨ ਜਾਇਦਾਦਾਂ ਆ, ਬਿਜਲੀ ਉਹ ਪੇ ਕਰ ਸਕਦੇ ਆ, ਬਿੱਲੋਂ ਪੇ। ਸ਼ਰਤੇ ਉਹਨਾਂ ਨੂੰ ਉਹਨਾਂ ਦੀ ਫਸਲ ਦੀ ਰਕਮ MSP ਜਿਹੜਾ ਮੰਗਦੇ ਪਏ ਉਹ ਮਿਲ ਜਾਵੇ, ਉਹਨਾਂ ਨੂੰ ਜ਼ਰੂਰਤ ਹੀ ਨਹੀਂ ਇਹ ਚੀਜ਼ਾਂ ਲੈਣ ਦੀ। ਪਰ ਇੱਕ ਵੱਡੀ ਗੱਲ ਇਹ ਵੀ ਹੈ ਕਿ ਜਦੋਂ ਟੈਕਸ ਰਿਬੇਟ ਦੀ ਗੱਲ ਚੱਲਦੀ ਹੈ, ਸਰਕਾਰਾਂ ਇਹ ਨਹੀਂ ਦੱਸਦੀਆਂ ਕਿ ਕਿਸਾਨ ਦੀ ਆਮਦਨ ਮਹੀਨੇ ਦੀ 5000 ਮਸੀਂ ਹੁੰਦੀ ਹੈ, ਤੇ ਕੁੱਲ ਮਿਲਾ ਕੇ ਸਾਲ ਦੀ ਲਾਈਏ ਲੱਖ ਮਸੀਂ ਬਣਦੀ, 2.5 ਲੱਖ ਵਾਲਿਆਂ ਨੂੰ ਵੈਸੇ ਹੀ ਰਿਬੇਟ ਦਿੱਤਾ ਜਾਂਦਾ। ਘਰ 'ਚ ਇੱਕ ਬੂਟਾ ਲਾ ਲਿਆ, ਅਸੀਂ ਸ਼ੌਂਕ ਨਾਲ ਇੱਕ ਬਾਗ ਲਾ ਲਿਆ, 2 ਬੂਟੇ ਲਾ ਲਏ, ਅਮਰੂਦ ਦੇ ਲਾ ਲਏ, ਕਿੰਨੂਆਂ ਦੇ ਲਾ ਲਏ, ਉਹਨੂੰ ਅਸੀਂ ਪਲ ਪਲ ਦੇਖਦੇ ਹਾਂ ਅੱਜ ਤੇ ਕਿੰਨਾ ਫਲ ਲੱਗਿਆ। ਅਸੀਂ ਉਹਨੂੰ ਦੇਖ ਕੇ ਆਪਣਾ ਸ਼ੌਂਕ ਪੂਰਾ ਕਰਦੇ, ਅਸੀਂ ਇਹਨੂੰ ਪਾਲਿਆ। ਪਰ ਜਿਨ੍ਹਾਂ ਦਾ ਰੋਜ਼ਗਾਰ ਹੀ ਉਹੀ ਆ, ਜਿਨ੍ਹਾਂ ਨੇ ਇੰਨੇ ਬਾਗ, ਜਿਨ੍ਹਾਂ ਨੇ ਖੇਤਾਂ 'ਚ ਮਿੱਟੀ ਨਾਲ ਮਿੱਟੀ ਹੋਣਾ, ਜੇ ਉਹਨਾਂ ਨੂੰ ਹੀ ਨਹੀਂ ਮੁੱਲ ਮਿਲਣਾ ਤਾਂ ਮਿਲਣਾ ਕਿਹਨੂੰ ਆ ਮੁੱਲ? ਇਹ ਕੋਈ ਪੁੱਛੇ ਸਰਕਾਰ ਤੋਂ। ਔਰ ਮੁੱਲ ਦੀ ਲੜਾਈ ਆ, ਮਿਹਨਤ ਜਿਹੜੀ ਕੀਤੀ ਹੈ, ਆ ਛੋਟੇ ਛੋਟੇ ਬੱਚਿਆਂ ਨੂੰ ਲੈ ਕੇ ਜਿਹੜੀਆਂ ਸਾਡੀਆਂ ਭੈਣਾਂ ਆਈਆਂ ਹੋਈਆਂ ਨੇ, ਤੁਸੀਂ ਨਿੱਕੇ ਨਿੱਕੇ ਬੱਚਿਆਂ ਨੂੰ ਲੈ ਕੇ ਆਏ ਹੋ, ਖੇਤੀਬਾੜੀ ਕਰਦੇ ਹੋ ਜਾਂ ਲੱਗਦਾ ਕਿ ਹੱਕਾਂ ਦੀ ਲੜਾਈ ਹੈ ਤੇ ਇਸ ਹੱਕਾਂ ਦੀ ਲੜਾਈ ਦੇ ਵਿੱਚ ਖੜਨਾ ਪੈਗਾ? ਜੀ ਮੈਂ ਤਾਂ ਵਿਆਹੀ ਹੋਈ ਆ, ਮੇਰੇ ਪੇਕੇ ਪਿੱਛੇ ਹੈਗੇ ਆ ਕਿਸਾਨ ਅਸੀਂ ਇੱਥੇ, ਪਰ ਮੈਂ ਆਪਣੇ ਕਿਸਾਨ ਵੀਰਾਂ ਨਾਲ ਖੜੀ ਆ। ਇੱਥੇ ਸਹੁਰੇ ਤੇ ਨਹੀਂ ਹੈਗਾ, ਪਰ ਆਪਣੇ ਹੱਕ ਲਈ ਖੜੀ ਆ, ਕਿਉਂਕਿ ਅਸੀਂ ਵੀ ਰੋਟੀ ਖਾਣੀ, ਚਾਹੇ ਜ਼ਿਮੀਦਾਰ ਹੋਈਏ ਚਾਹੇ ਨਾ, ਰੋਟੀ ਤਾਂ ਸਭ ਨੇ ਖਾਣੀ ਆ। ਅੱਜ ਕੱਲ ਬਹੁਤ ਕੁਛ ਆ ਗਿਆ, ਪੀਜ਼ਾ ਬਰਗਰ ਸਾਰਾ ਕੁਝ ਕਰਨਾ ਬਣਦਾ ਜੀ, ਆਟੇ ਨਾਲ ਹੀ ਬਣਦਾ। ਆਟਾ ਹੋਊਗਾ ਤਾਂ ਅਸੀਂ ਕੁਝ ਬਣਾਵਾਂਗੇ, ਹਨਾ? ਪਰ ਨਹੀਂ ਜੀ, ਬਹੁਤ ਗਲਤ ਹੋ ਰਿਹਾ ਆ। ਬੀਬੀਆਂ ਦੀ ਹਮੇਸ਼ਾ ਜਿਹੜੀ ਦਿੱਕਤ ਰਹਿੰਦੀ ਆ, ਮੇਰੀਆਂ ਵੀ ਛੋਟੀਆਂ ਛੋਟੀਆਂ ਬੱਚੀਆਂ ਨੇ, ਸੋ ਬੱਚਿਆਂ ਨੂੰ ਸਾਂਭਣ ਦਾ ਇਹ ਸਮਾਂ ਹੁੰਦਾ ਕਿ ਟਾਈਮ ਸਿਰ ਖਾਣਾ ਖਵਾਓ ਤੇ ਸਵਾ ਦਿਓ। ਪਰ ਇਸ ਅੰਦੋਲਨ ਦੇ ਵਿੱਚ ਇਹਨਾਂ ਬੱਚੀਆਂ ਨੂੰ ਲੈ ਕੇ ਆਇਓ ਤੁਸੀਂ? ਜੀ ਬੱਚਿਆਂ ਨੂੰ ਤਾਂ ਲੈ ਕੇ ਆਈਆਂ, ਬੱਚਿਆਂ ਮੇਰਿਆਂ ਨੂੰ ਪਤਾ ਹੋਣਾ ਚਾਹੀਦਾ ਆ, ਅੱਜ ਮੈਂ ਖੜੀ ਆ, ਕੱਲ ਨੂੰ ਕੁਝ ਹੋਰ ਕਦਮ ਹੋਊਗੇ ਤਾਂ ਅਸੀਂ ਕਿੱਦਾਂ ਲੜਨਾ ਆ। ਇਹਨਾਂ ਨੂੰ ਸਟਰੋਂਗ ਕਰਦੀਆਂ ਆਪਾਂ, ਬੱਚੇ ਦਾ ਬੇਸ ਬਣਾਉਂਦੇ ਆ ਨਾ, ਪੜਾਉਣ ਲਿਖਾਉਣ ਲਈ, ਵੱਡੇ ਹੋਣ ਲਈ ਜੀ। ਇਹ ਵੀ ਇੱਕ ਬੇਸ ਆ। ਅੱਜ ਕੁਝ ਹੋਰ ਕਰਦੇ, ਕੱਲ ਹੋਰ ਕੁਝ ਕਰੂਗੇ। ਮੇਰੇ 3 ਬੱਚੇ ਆ, 3 ਬੱਚੇ, ਇੱਕ ਨੂੰ ਸਵਾ ਕੇ 2 ਲੈ ਕੇ ਆਈਆਂ, 2 ਲੈ ਕੇ ਆਈਆਂ ਤਾਂ ਕਿ ਇਹਨਾਂ ਬੱਚਿਆਂ ਨੂੰ ਵੱਧਦਿਆਂ ਨੂੰ ਪਤਾ ਲੱਗੇ। ਜੀ ਹਾਂਜੀ।
ਬਿਲਕੁਲ ਇਹ ਛੋਟੇ ਛੋਟੇ ਬੱਚੇ, ਮੈਂ ਚਾਹੁੰਦਾ ਕਿ ਆ ਛੋਟੀ ਜਿਹੀ ਬੱਚੀ ਜਿਹੜੀ ਹੈ ਇਹਨੂੰ ਵੀ ਜ਼ਰੂਰ ਕੈਪਚਰ ਕਰੋ ਕੈਮਰੇ ਦੇ ਵਿੱਚ, ਕਿਉਂਕਿ 2 ਬੱਚਿਆਂ ਨੂੰ ਲੈ ਕੇ ਜਿਹੜੀ ਹੈ ਇਹ ਸਾਡੀ ਭੈਣ ਲੈ ਕੇ ਆਈ ਆ, ਸਿਰਫ ਇਸ ਕਰਕੇ ਕਿ ਕਿਸਾਨ ਅੰਦੋਲਨ ਦੇ ਪੱਖ ਦੇ ਵਿੱਚ, ਕਿਸਾਨ ਅੰਦੋਲਨ ਜਿਹੜਾ ਜਨ ਅੰਦੋਲਨ ਬਣ ਚੁੱਕਾ ਹੈ ਉਹਦੇ ਪੱਖ ਦੇ ਵਿੱਚ। ਸੋ ਇਹ ਸ਼ਹਿਰੀ ਤਬਕੇ ਦਾ ਜਿਹੜਾ ਪ੍ਰਦਰਸ਼ਨ ਹੈ ਉਹਦੇ ਵਿੱਚ ਬਕਾਇਦਾ ਭਾਰਤੀ ਕਿਸਾਨ ਯੂਨੀਅਨ ਦੁਆਬਾ ਦੇ ਜਨਰਲ ਸਕੱਤਰ ਸਤਨਾਮ ਸਿੰਘ ਸਾਨੀ ਹੋਰੀ ਵੀ ਪਹੁੰਚੇ ਹੋਏ ਨੇ। ਸਾਨੀ ਸਾਹਿਬ, ਬੜੀ ਚਰਚਾ ਚੱਲੀ, ਇਹ ਤਾਂ ਪਿੰਡੂ ਤਬਕੇ ਦਾ ਅੰਦੋਲਨ ਆ, ਇਹ ਤਾਂ ਇਕੱਲੇ ਕਿਸਾਨਾਂ ਦਾ ਅੰਦੋਲਨ ਹੈ, ਪਰ ਵੈਸੇ ਵੀ ਅਸੀਂ ਦੇਖੀਏ ਤੇ ਇਕੱਲਾ ਕਿਸਾਨਾਂ ਦਾ ਅੰਦੋਲਨ ਨਹੀਂ ਲਿਆ, ਜਨ ਅੰਦੋਲਨ ਰਹਿ ਗਿਆ। ਆ ਸ਼ਹਿਰੀ ਤਬਕਾ ਜਿਹੜਾ ਖੜਾ ਆ ਭੈਣਾਂ ਦੇ ਨਾਲ ਗੱਲ ਕੀਤੀ, ਉਹ ਕੋਈ ਕਹਿੰਦੇ ਕਿ ਅਸੀਂ ਅਧਿਆਪਕ ਆ, ਕੋਈ ਕਹਿੰਦੇ ਸਾਡੇ ਕੋਲ ਜ਼ਮੀਨ ਨਹੀਂ ਪਰ ਜ਼ਮੀਰ ਹੈਗਾ, ਇਸ ਕਰਕੇ ਅਸੀਂ ਇੱਥੇ ਖੜੇ ਆ। ਕਿਵੇਂ ਦੇਖਦੇ ਹੋ ਇਹ ਜਿਹੜਾ ਸਮਰਥਨ ਮਿਲ ਰਿਹਾ ਹੈ? ਜਸਵੀਰ ਜੀ, ਜਿਹੜਾ ਪਿਛਲੇ 3 ਮਹੀਨੇ ਤੋਂ ਦਿੱਲੀ 'ਚ ਅੰਦੋਲਨ ਚੱਲਦਾ, ਪਹਿਲੀ ਤਾਂ ਗੱਲ ਹੈ ਇਕੱਲਾ ਕਿਸਾਨ ਅੰਦੋਲਨ ਨਹੀਂ, ਇਹ ਸਾਬਤ ਕਰ ਦਿੱਤਾ, ਦੇਸ਼ ਦੇ ਸਾਰੇ ਹਿੱਸਿਆਂ ਨੇ ਸਾਬਤ ਕਰ ਦਿੱਤਾ ਕਿ ਸਾਰੇ ਦੇਸ਼ ਦਾ ਇਹ ਜਨਤਕ ਅੰਦੋਲਨ ਹੈ, ਜਨ ਅੰਦੋਲਨ ਬਣ ਚੁੱਕਾ। ਸਾਨੂੰ ਇਸ ਗੱਲ ਦੀ ਵੱਡੀ ਖੁਸ਼ੀ ਹੈ ਕਿ ਜਿੰਨੀ ਵਾਰੀ ਵੀ ਅਸੀਂ ਫਗਵਾੜੇ ਕੋਈ ਅੰਦੋਲਨ ਕੀਤਾ, ਉਹਦੇ 'ਚ ਕਿਸਾਨਾਂ ਤੋਂ ਇਲਾਵਾ ਵਿਦਿਆਰਥੀ ਵਰਗ, ਦੁਕਾਨਦਾਰ ਵਰਗ, ਮਜ਼ਦੂਰ ਵਰਗ, ਜਿੰਨਾ ਭਰਵਾਂ ਸਹਿਯੋਗ ਉਹਨਾਂ ਦਾ ਰਿਹਾ, ਬਹੁਤ ਵੱਡਾ ਸਹਿਯੋਗ ਰਿਹਾ, ਵੱਡੇ ਇਕੱਠ ਹੋਏ ਆ। ਸਾਡੀ ਗੈਰ ਹਾਜ਼ਰੀ ਦੇ ਵਿੱਚ ਵੀ 10-10 ਹਜ਼ਾਰ ਦਾ ਇਕੱਠ ਸਾਡੇ ਸ਼ਹਿਰੀ ਭਾਈਚਾਰੇ ਨੇ ਇਹ ਫਗਵਾੜੇ ਦੀ ਧਰਤੀ ਤੇ ਕੀਤਾ। ਸਾਨੂੰ ਇਸ ਗੱਲ ਦੀ ਵੱਡੀ ਖੁਸ਼ੀ ਹੋਈ ਹੈ ਕਿ ਲਗਭਗ ਪਿਛਲੇ 1 ਮਹੀਨੇ ਤੋਂ ਵੱਧ ਸਮਾਂ ਹੋ ਗਿਆ ਕਿ ਰੋਜ਼ਾਨਾ ਰਾਤ ਨੂੰ ਇਹ ਸਾਡੇ ਵੀਰ ਤੇ ਸਾਡੀਆਂ ਭੈਣਾਂ ਜਿਹੜੇ ਸ਼ਹਿਰ ਦੇ, ਜਿਹੜੇ ਸਿੱਧੇ ਤੌਰ ਤੇ ਖੇਤੀ ਨਾਲ ਕੋਈ ਸੰਬੰਧ ਨਹੀਂ, ਨਾ ਉਹਨਾਂ ਕੋਲ ਫਸਲ ਬੀਜਦੇ ਆ, ਨਾ ਖੇਤੀ ਕਰਦੇ ਆ, ਸਮਾਜ ਦਾ ਜਾਗਰੂਕ ਵਰਗ ਜਿਹੜਾ ਕਿਸਾਨਾਂ ਨਾਲ ਧੱਕੇਸ਼ਾਹੀ ਮੋਦੀ ਸਰਕਾਰ ਕਰਦੀ ਹੈ, ਇਹ ਸਾਡੇ ਹੱਕ ਲਈ ਇੱਥੇ ਫਗਵਾੜੇ ਸ਼ਹਿਰ ਤੋਂ ਆਵਾਜ਼ ਉਠਾਉਣ ਦਾ ਯਤਨ ਕਰਦੇ ਆ। ਅਸੀਂ ਇਹਨਾਂ ਦਾ ਧੰਨਵਾਦ ਵੀ ਕਰਦੇ ਹਾਂ, ਭਾਰਤੀ ਕਿਸਾਨ ਯੂਨੀਅਨ ਦੁਆਬਾ ਵੱਲੋਂ ਵੀ ਕਰਦੇ ਹਾਂ, ਸੰਯੁਕਤ ਮੋਰਚਾ ਦਿੱਲੀ ਵੱਲੋਂ ਵੀ ਕਰ ਰਹੇ ਹਾਂ। ਔਰ ਸਾਨੂੰ ਵੱਡੀ ਖੁਸ਼ੀ ਹੋਈ ਹੈ ਕਿ ਜਿੱਥੇ ਫਗਵਾੜੇ ਦਾ ਕਿਸਾਨ ਦਿੱਲੀ ਦੇ ਦਰਵਾਜ਼ੇ ਤੇ ਅੰਦੋਲਨ ਕਰਦਾ, ਤੇ ਸ਼ਹਿਰ ਫਗਵਾੜੇ ਦੀ ਜਿਹੜੇ ਸਾਡਾ ਨਾਲ ਦੇ ਸਾਥੀ ਨੇ, ਸਾਡਾ ਸ਼ਹਿਰੀ ਭਾਈਚਾਰਾ, ਉਹ ਫਗਵਾੜੇ ਵਿੱਚ ਨਿਰੰਤਰ ਸਾਡੇ ਹੱਕ ਲਈ ਇਹਨਾਂ ਕਿਸਾਨ ਅੰਦੋਲਨ ਦੇ ਹੱਕ 'ਚ ਆਵਾਜ਼ ਉਠਾ ਰਿਹਾ। ਔਰ ਅਸੀਂ ਅਪੀਲ ਕਰਾਂਗੇ ਫਗਵਾੜੇ ਸ਼ਹਿਰ ਦੇ ਸਮੂਹ ਵਸਨੀਕਾਂ ਨੂੰ, ਵਿਦਿਆਰਥੀ ਵਰਗ ਨੂੰ, ਦੁਕਾਨਦਾਰ ਵੀਰਾਂ ਨੂੰ, ਵਪਾਰੀ ਵੀਰਾਂ ਨੂੰ ਕਿ ਆਓ ਇਸ ਪ੍ਰੋਗਰਾਮ ਦਾ ਹਿੱਸਾ ਬਣੀਏ। ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਇੱਥੋਂ ਆਵਾਜ਼ ਉੱਠੇਗੀ, ਉਹਦੇ ਨਾਲ ਫਗਵਾੜੇ ਸ਼ਹਿਰ ਦੀ ਆਵਾਜ਼ ਸਾਰੀ ਦੁਨੀਆ ਤੱਕ ਫੈਲੇਗੀ, ਦੇਸ਼ ਦੇ ਵੱਖ-ਵੱਖ ਕੋਨਿਆਂ ਤੱਕ ਜਾਏਗੀ, ਤੇ ਉਹਦੇ ਨਾਲ ਸਾਡਾ ਮਾਣ ਵੀ ਵਧੇਗਾ। BKU ਦੁਆਬਾ ਨੂੰ ਵੀ ਖੁਸ਼ੀ ਹੋਏਗੀ ਤੇ ਸੰਯੁਕਤ ਮੋਰਚੇ ਨੂੰ, ਉਸ ਅੰਦੋਲਨ ਨੂੰ ਵੱਡਾ ਬਲ ਮਿਲੇਗਾ। ਅੱਛਾ, ਇੱਕ ਚੀਜ਼ ਹੋ ਰਿਹਾ, ਫੈਲਾਅ ਬਹੁਤ ਹੋ ਗਿਆ ਇਸ ਅੰਦੋਲਨ ਦਾ, ਬੜੇ ਦੂਰ ਤੱਕ ਫੈਲ ਗਿਆ। ਹੁਣ ਯੂਪੀ 'ਚ ਵੀ ਹੁੰਦੀਆਂ ਨੇ ਮਹਾਂ ਪੰਚਾਇਤਾਂ, ਹਰਿਆਣੇ 'ਚ ਹੁੰਦੀਆਂ ਨੇ, ਬਿਹਾਰ ਦੇ ਵਿੱਚ ਅੱਜ ਟਕੈਤ ਸਾਹਿਬ ਜਿਹੜੇ ਆ ਉਹ ਹੋ ਕੇ ਆਏ ਨੇ, ਪੱਛਮੀ ਬੰਗਾਲ ਦੇ ਵਿੱਚ ਲਗਾਤਾਰ ਜਾਇਆ ਜਾ ਰਿਹਾ ਆ। ਇਹ ਫੈਲਾਅ ਆ, ਪਰ ਜੜ੍ਹਾਂ ਜਿਹੜੀਆਂ ਨੇ ਨਾ, ਪੰਜਾਬ ਜਿਹੜਾ ਇਹਦੀਆਂ ਜੜ੍ਹਾਂ ਆ ਇਸ ਅੰਦੋਲਨ ਦੀਆਂ, ਜਦੋਂ ਇਹਨਾਂ ਜੜ੍ਹਾਂ ਨੂੰ ਇਸ ਤਰੀਕੇ ਨਾਲ ਸਿੰਜਿਆ ਜਾਂਦਾ ਦੇਖਦੇ ਆ, ਭਾਵੇਂ 4 ਬੰਦੇ ਆਣ ਕੇ ਕਿਉਂ ਨਾ ਖੜੇ ਹੋਣ, ਇੱਥੇ ਰੋਜ਼ ਖੜਦੇ ਨੇ ਰਾਤ ਨੂੰ ਇਹ ਲੋਕ ਆਣ ਕੇ ਇਸ ਅੰਦੋਲਨ ਦੇ ਪੱਖ ਦੇ ਵਿੱਚ, ਆ ਜਿਹੜਾ ਜੜ੍ਹਾਂ ਨੂੰ ਸਿੰਜਿਆ ਜਾ ਰਿਹਾ, ਇਹਨੂੰ ਕਿਵੇਂ ਦੇਖਦੇ ਹੋ? ਦੇਖੋ, ਇਹ ਅੰਦੋਲਨ ਦੀ ਤਾਕਤ ਹੈ। ਅੰਦੋਲਨ ਨੂੰ ਸਮਰਥਨ ਜਿਹੜਾ ਸਾਰੇ ਵਰਗਾਂ ਦਾ ਮਿਲ ਰਿਹਾ, ਇਹ ਉਹਦਾ ਜਿਉਂਦਾ ਜਾਗਦਾ ਸਬੂਤ ਹੈ। ਕੱਲਾ ਫਗਵਾੜਾ ਨਹੀਂ, ਚੰਡੀਗੜ੍ਹ ਦੇ ਮਟਕਾ ਚੌਂਕ ਦੇ ਵਿੱਚ ਵੀ ਪੰਜਾਬ ਦੇ ਵਿਦਿਆਰਥੀ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿਦਿਆਰਥੀ ਵੀ ਆਵਾਜ਼ ਉਠਾਉਂਦੇ ਆ। ਸਮਾਜ ਦੇ ਸਾਰੇ ਵਰਗ ਦੇ ਸਾਰੇ ਹੀ ਧਾਰਮਿਕ ਅਦਾਰੇ ਇਸ ਅੰਦੋਲਨ ਦੀ ਹਮਾਇਤ ਕਰਦੇ ਆ। ਇਹਦੇ ਨਾਲ ਅੰਦੋਲਨ ਇਸੇ ਕਰਕੇ ਤਕੜਾ ਹੋ ਰਿਹਾ। ਪੰਜਾਬ ਤੋਂ ਸ਼ੁਰੂ ਹੋਇਆ ਅੰਦੋਲਨ ਦੇਸ਼ ਦੇ ਲਗਭਗ ਸਾਰੇ ਰਾਜਾਂ 'ਚ ਫੈਲ ਚੁੱਕਾ। ਅੱਜ ਵੀ ਸੰਯੁਕਤ ਕਿਸਾਨ ਮੋਰਚੇ ਦਾ ਵੱਡਾ ਵਫਦ ਬੰਗਾਲ ਦੇ ਵਿੱਚ ਹੈ, ਕਿਉਂਕਿ ਬੰਗਾਲ ਦੇ ਵਿੱਚ ਇਲੈਕਸ਼ਨ ਹੋ ਰਹੀ ਹੈ। ਸੰਯੁਕਤ ਕਿਸਾਨ ਮੋਰਚੇ ਦਾ ਇੱਕੋ ਇੱਕ ਪ੍ਰੋਗਰਾਮ ਆ, ਸਾਰੇ ਦੇਸ਼ ਦੇ ਵਿੱਚ ਵਫਦ ਲੈ ਕੇ ਜਾਣਾ ਔਰ ਲੋਕਾਂ ਨੂੰ ਜਾਗਰੂਕ ਕਰਨਾ ਕਿ BJP ਸਰਕਾਰ ਨੂੰ ਵੋਟ ਬਿਲਕੁਲ ਨਾ ਪਾਓ। BJP ਸਰਕਾਰ ਕਿਸਾਨ ਵਿਰੋਧੀ ਆ, ਮਜ਼ਦੂਰ ਵਿਰੋਧੀ ਆ, ਦੁਕਾਨਦਾਰ ਵਿਰੋਧੀ ਆ, ਵਿਦਿਆਰਥੀ ਵਿਰੋਧੀ ਆ, ਤੇ ਦੇਸ਼ ਦੇ ਭਾਈਚਾਰਕ ਤਾਣੇ ਬਾਣੇ ਨੂੰ ਵੱਡਾ ਖਤਰਾ BJP ਦੀ ਸਰਕਾਰ ਤੋਂ ਆ। ਇਸੇ ਕਰਕੇ BJP ਸਰਕਾਰ ਨੂੰ ਚੱਲਦਾ ਕਰਨਾ ਸਾਰੇ ਦੇਸ਼ ਦੇ ਨਾਗਰਿਕਾਂ ਦਾ ਫਰਜ਼ ਵੀ ਬਣਦਾ, ਤੇ ਸਾਰੇ ਲੋਕ ਇਹਦੇ ਲਈ ਕੰਮ ਵੀ ਕਰ ਰਹੇ ਆ। ਅੱਛਾ, ਇੱਕ ਚੀਜ਼ ਹੋਰ, ਭਾਵੇਂ ਤੁਸੀਂ ਇਸ ਵੇਲੇ ਪੰਜਾਬ ਹੋ, ਪਰ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਕੀ ਕੀਤਾ ਜਾ ਰਿਹਾ, ਮੀਟਿੰਗਾਂ ਦੇ ਵਿੱਚ ਕਿਹੜੇ ਫੈਸਲੇ ਲਏ ਜਾ ਰਹੇ, ਉਹ ਵੀ ਜਾਣਕਾਰੀ ਤੁਹਾਡੇ ਤੱਕ ਸਹੀ ਤਰੀਕੇ ਨਾਲ ਪਹੁੰਚ ਰਹੀ ਹੈ। ਅੱਜ ਪ੍ਰੈਸ ਕਾਨਫਰੰਸ ਕਰਕੇ ਇਹ ਕਿਹਾ ਗਿਆ ਕਿ 4 ਪ੍ਰੋਗਰਾਮ ਪ੍ਰਮੁੱਖਤਾ ਦੇ ਆਧਾਰ ਤੇ ਉਹ ਲਿਖੇ ਗਿਆ। 15 ਤਰੀਕ ਨੂੰ ਟ੍ਰੇਡ ਯੂਨੀਅਨਾਂ ਨਾਲ ਮਿਲ ਕੇ ਪ੍ਰਦਰਸ਼ਨ ਕੀਤੇ ਜਾਣੇ ਨੇ, ਫਿਰ 19 ਤਰੀਕ ਨੂੰ ਮੰਡੀ ਬਚਾਓ ਖੇਤੀ ਬਚਾਓ ਮੁਹਿੰਮ ਜਿਹੜੀ ਆ ਉਹ ਵਿੱਢੀ ਜਾਣੀ ਆ। 23 ਤਰੀਕ ਨੂੰ ਸ਼ਹੀਦ ਆਜ਼ਮ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਹੋਰਾਂ ਦੇ ਸ਼ਹੀਦੀ ਦਿਹਾੜੇ ਤੇ ਭਾਰਤੀ ਕਿਸਾਨ ਯੂਨੀਅਨ ਦੁਆਬਾ ਨੇ ਇੱਥੇ ਖਟਕੜ ਕਲਾਂ ਦੇ ਵਿੱਚ ਵੀ ਸਮਾਗਮ ਰੱਖਿਆ। ਸੰਯੁਕਤ ਕਿਸਾਨ ਮੋਰਚਾ ਵੀ ਕਹਿੰਦਾ ਕਿ ਸਮਾਗਮ ਕੀਤੇ ਜਾਣਗੇ। ਇੱਕ 26 ਤਰੀਕ ਦਾ ਜਿਹੜਾ ਭਾਰਤ ਬੰਦ ਦਾ ਸੱਦਾ ਦੁਬਾਰਾ ਫੇਰ ਦਿੱਤਾ ਗਿਆ। 27 ਤੋਂ ਚੋਣਾਂ ਦਾ ਪਹਿਲਾ ਪੜਾਅ ਸ਼ੁਰੂ ਹੋਣਾ ਆ।
26 ਤਰੀਕ ਨੂੰ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ। ਕਿਵੇਂ ਦੇਖਦੇ ਹੋ ਇਹਨਾਂ ਪ੍ਰੋਗਰਾਮਾਂ ਦੇਖੋ ਰਾਜਨੀਤਿਕ ਤੌਰ ਤੇ ਇਹ ਸਰਕਾਰ ਜਿਹੜੀ ਇਹਨੇ ਬਿਲਕੁਲ ਅਣਗੌਲਿਆ ਕੀਤਾ। ਬੀਜੇਪੀ ਟੋਟਲ ਫੇਲੀਅਰ ਰਿਹਾ। ਸਰਕਾਰ ਹਰ ਮਹਾਜ ਤੇ ਫੇਲ ਹੋ ਚੁੱਕੀ ਆ। ਦੇਸ਼ ਦੇ ਵਿੱਚ ਮਹਿੰਗਾਈ, ਡੀਜ਼ਲ ਪੈਟਰੋਲ ਦੇ ਰੇਟ, ਹੋਰ ਜਿਹੜੀਆਂ ਰੋਜ਼ਾਨਾ ਵਸਤਾਂ ਉਹਨਾਂ ਦੇ ਰੇਟ ਅਸਮਾਨੀ ਛੋ ਗਏ ਆ। ਲੋਕਾਂ ਦਾ ਜੀਣਾ ਜਿਹੜਾ ਉਹ ਮੁਹਾਲ ਹੋ ਗਿਆ ਕਿ ਜਨਤਾ ਇਹ ਸਰਕਾਰ ਤੋਂ ਅੱਕ ਚੁੱਕੀ ਹੈ। ਇਸ ਕਰਕੇ ਸੰਯੁਕਤ ਕਿਸਾਨ ਮੋਰਚਾ ਇੱਕ ਵੱਜਵਾਂ ਪ੍ਰੋਗਰਾਮ ਦੇ ਹੇਠ ਸਰਕਾਰ ਨੂੰ ਘੇਰਾ ਪਾਉਣ ਦੀ ਨੀਤੀ, ਸਰਕਾਰ ਦਾ ਜਿਹੜਾ ਭਾਂਡਾ ਆ ਉਹਦੇ ਝੂਠ ਦਾ ਭਾਂਡਾ ਚਰਾਹੇ ਭੰਨਣ ਲਈ ਲਗਾਤਾਰ ਯਤਨ ਕਰ ਰਿਹਾ। ਦੇਸ਼ ਦੇ ਸਾਰੇ ਰਾਜਾਂ 'ਚ ਜਿੱਥੇ ਇਲੈਕਸ਼ਨ ਜੋ ਹੋਣ ਜਾ ਰਹੀ ਆ ਉਹ ਜ਼ਿਆਦਾ ਫੋਕਸ ਦੇ ਉੱਤੇ ਹੈ, ਚਾਹੇ ਉਹ ਅਸਾਮ ਆ ਤੇ ਚਾਹੇ ਉੜੀਸਾ ਆ ਜਾਂ ਬੰਗਾਲ ਆ, ਕੇਰਲਾ ਆ। ਸਾਰਿਆਂ ਰਾਜਾਂ 'ਚ ਵੱਡੇ ਵਫਦ ਜਾਣਗੇ। ਬੀਜੇਪੀ ਦੇ ਜਿਹਨੇ ਲੋਕ ਵਿਰੋਧੀ ਫੈਸਲੇ ਆ, ਕਿਉਂਕਿ ਬੀਜੇਪੀ ਨੇ ਦੇਸ਼ ਦੇ ਸਰਕਾਰੀ ਖੇਤਰ ਨੂੰ, ਜਨਤਕ ਖੇਤਰ ਨੂੰ ਨਿਰੰਤਰ ਆਪਣੇ ਜਿਹੜੇ ਕਾਰਪੋਰੇਟ ਮਿੱਤਰ ਆ ਉਹਦੇ ਹੱਥਾਂ 'ਚ ਵੇਚਿਆ। ਦੇਸ਼ ਦੀਆਂ ਤੇਲ ਕੰਪਨੀਆਂ, 에ਅਰ ਇੰਡੀਆ, ਜਿਹੜੀਆਂ ਟੈਲੀਫੋਨ ਕੰਪਨੀਆਂ, ਸਾਰਿਆਂ ਨੂੰ ਵੇਚ ਕੇ ਈਵਨ ਰੇਲਵੇ ਤੱਕ ਦਾ ਵੀ ਨਿੱਜੀਕਰਨ ਕਰਕੇ ਆਮ ਲੋਕਾਂ ਦੀ ਆਵਾਜ਼ ਨੂੰ ਬਿਲਕੁਲ ਖਤਮ ਕਰ ਦਿੱਤਾ। ਦੇਸ਼ ਦੀਆਂ ਰਾਜਨੀਤਿਕ ਪਾਰਟੀਆਂ ਨੂੰ ਇੱਕ ਵੱਡਾ ਰੋਲ ਨਿਭਾਉਣਾ ਚਾਹੀਦਾ ਸੀ, ਉਹਨਾਂ ਦਾ ਟੋਟਲ ਫੇਲੀਅਰ ਰਿਹਾ। ਇਸੇ ਕਰਕੇ ਜਿਹੜਾ ਜਨਤਕ ਅੰਦੋਲਨ ਦੇਸ਼ ਦੇ ਵਿੱਚੋਂ ਉੱਠਿਆ, ਪੰਜਾਬ ਤੋਂ ਸ਼ੁਰੂ ਹੋਇਆ, ਸਾਰੇ ਦੇਸ਼ ਵਿੱਚ ਫੈਲ ਹੋ ਗਿਆ ਤੇ 23 ਤਰੀਕ ਨੂੰ ਆਪਣਾ ਜਿਹੜਾ ਦੁਆਬੇ ਦਾ ਖੇਤਰ ਆ, ਦੁਆਬੇ ਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਦੁਆਬਾ ਦੀ ਅਗਵਾਈ ਹੇਠ ਆਪਾਂ ਸ਼ਹੀਦ ਆਜ਼ਮ ਦੇ ਜਿਹੜਾ ਸਥਾਨ ਹੈ ਖਟਕੜ ਕਲਾਂ, ਉੱਥੇ ਇੱਕ ਵੱਡਾ ਪ੍ਰੋਗਰਾਮ ਕਿਸਾਨਾਂ ਦਾ, ਨੌਜਵਾਨਾਂ ਦਾ, ਵਿਦਿਆਰਥੀਆਂ ਦਾ, ਮਜ਼ਦੂਰਾਂ ਦਾ ਇੱਕ ਵੱਜਵਾਂ ਪ੍ਰੋਗਰਾਮ ਉੱਥੇ ਕਰਾਂਗੇ ਕਿ ਸਾਰੇ ਸਮਾਜ ਦੇ ਜਿਹੜੇ ਵਰਗ ਆ ਇਕਜੁੱਟ ਹੋ ਕੇ ਕੇਂਦਰ ਦੇ ਖਿਲਾਫ ਆਪਾਂ ਵੱਜਵੀਂ ਲੜਾਈ ਲੜੀਏ ਤੇ ਜਲਦੀ ਇਹ ਸਰਕਾਰ ਨੂੰ ਚੱਲਦਾ ਕਰੀਏ। ਮੈਨੂੰ ਲੱਗਦਾ ਹੱਥ ਇੱਕ ਸਵਾਲ ਹੋਰ ਪੁੱਛ ਲੈਣਾ। ਅੱਜ ਖੱਟੜ ਸਰਕਾਰ ਦੇ ਖਿਲਾਫ ਬੇਭਰੋਸਗੀ ਮਤਾ ਲਿਆਂਦਾ ਗਿਆ ਸੀਗਾ, ਮਤਾ ਤਾਂ ਡਿੱਗ ਗਿਆ। 55 ਜਿਹੜੀਆਂ ਵੋਟਾਂ ਉਹਦੇ ਪੱਖ ਦੇ ਵਿੱਚ ਪਾਈਆਂ। ਬੜਾ ਜ਼ੋਰ ਲਾਇਆ ਸੰਯੁਕਤ ਕਿਸਾਨ ਮੋਰਚੇ ਨੇ, ਗੁਰਨਾਮ ਸਿੰਘ ਚੜੂਨੀ ਹੋਰਾਂ ਨੇ, ਰਾਜੇਵਾਲ ਹੋਰਾਂ ਨੇ ਵੀ ਉੱਥੇ ਜਾ ਕੇ ਅਪੀਲਾਂ ਕੀਤੀਆਂ ਕਿ ਭਾਈ ਅਸੀਂ ਗੱਠਜੋੜ ਤੜਵਾਤਾ ਹੈ, ਮੰਤਰੀ ਮੰਡਲ ਚੋਂ ਬਾਹਰ ਲੈ ਆਂਦਾ ਬੀਬਾ ਹਰਸਿਮਰਤ ਕੌਰ ਬਾਦਲ ਨੂੰ, ਤੁਸੀਂ ਵੀ ਕੁਝ ਕਰੋ। ਤੇ ਅੱਜ ਜਿਸ ਤਰੀਕੇ ਨਾਲ ਜੇਜੇਪੀ 5 ਆਜ਼ਾਦ ਵਿਧਾਇਕਾਂ ਨੇ ਖੱਟੜ ਸਰਕਾਰ ਦੇ ਪੱਖ ਦੇ ਵਿੱਚ ਵੋਟ ਪਾਈ ਆ, ਕਿਵੇਂ ਦੇਖਦੇ ਹੋ ਇਸ ਕਦਮ ਨੂੰ ਤੇ ਭਵਿੱਖ ਦੇ ਵਿੱਚ ਕੀ ਲੱਗਦਾ ਹੈ ਕਿ ਜਿਹੜੇ ਵਿਰੋਧ ਹੋ ਰਹੇ ਨੇ ਵਿਧਾਇਕਾਂ ਦੇ ਉਹ ਥੋੜੇ ਤਿੱਖੇ ਹੁੰਦੇ ਨਜ਼ਰ ਆਉਣਗੇ? ਦੇਖੋ ਇਹ ਕਿਸਾਨ ਅੰਦੋਲਨ ਦੀ ਕਾਮਯਾਬੀ ਆ ਕਿ ਹਰਿਆਣੇ ਦੀ ਜਿਹੜੀ ਵਿਧਾਨ ਸਭਾ ਉਹਦੇ 'ਚ ਖੇਤੀ ਕਾਨੂੰਨਾਂ ਤੇ ਚਰਚਾ ਹੋ ਰਹੀ ਆ। ਬੇਸ਼ੱਕ ਉਹ ਮਤਾ ਡਿੱਗਿਆ, ਲੇਕਿਨ ਆਉਣ ਵਾਲੇ ਦਿਨਾਂ ਦੇ ਵਿੱਚ ਦੇਖੋਗੇ ਜਿਹੜੇ ਵਿਧਾਇਕਾਂ ਨੇ ਇਹਦੇ ਹੱਕ 'ਚ ਵੋਟ ਪਾਈ ਆ ਉਹ ਲੋਕਾਂ ਦੇ ਮਨਾਂ 'ਚੋਂ, ਕਿਸਾਨਾਂ ਦੇ ਮਨਾਂ 'ਚੋਂ ਡਿੱਗ ਜਾਣਗੇ, ਕਿਸਾਨਾਂ ਦੇ ਮਨਾਂ 'ਚੋਂ ਮਨਫੀ ਹੋ ਜਾਣਗੇ। ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦਾ ਰਾਜਨੀਤਿਕ ਭਵਿੱਖ ਜਿਹੜਾ ਆ ਉਹ ਬਿਲਕੁਲ ਖਤਮ ਹੋਏਗਾ। ਦੇਸ਼ ਤੋਂ ਬਿਨਾਂ ਸਾਨੂੰ ਇਸ ਗੱਲ ਦਾ ਮਾਣ ਹੈ ਕਿ ਇਸ ਕਿਸਾਨ ਅੰਦੋਲਨ ਦੀ ਗੱਲ ਇੰਗਲੈਂਡ ਦੇ ਹਾਊਸ ਆਫ ਕਾਮਨਸ, ਦੇਸ਼ ਦੀਆਂ ਅਲੱਗ-ਅਲੱਗ ਵਿਦੇਸ਼ਾਂ ਦੇ ਵਿੱਚ, ਚਾਹੇ ਉਹ ਅਮਰੀਕਾ ਆ, ਕੈਨੇਡਾ ਆ, ਸਾਰੇ ਵਿਦੇਸ਼ਾਂ ਦੇ ਵਿੱਚ ਜਿੱਥੇ ਵੀ ਭਾਰਤ ਦਾ ਭਾਈਚਾਰਾ ਵਸਦਾ, ਉਹਨਾਂ ਸਾਰਿਆਂ ਦੇਸ਼ਾਂ ਦੇ ਵਿੱਚ ਵੱਡੇ ਰੋਸ ਪ੍ਰਦਰਸ਼ਨ ਹੋਏ ਆ। ਦੇਸ਼ ਦੀਆਂ ਜਿਹੜੇ ਹੈਗੇ ਨੇ ਹਾਈ ਕਮਿਸ਼ਨ, ਉਹਨਾਂ ਦੇ ਮੋਹਰੇ ਵਿਖਾਵੇ ਹੋਏ ਆ। ਤੇ ਈਵਨ ਦੇਸ਼ ਦੀਆਂ ਜਿਹੜੇ ਬਾਹਰਲੇ ਦੇਸ਼ਾਂ ਦੀਆਂ ਜਿਹੜੇ ਪਾਰਲੀਮੈਂਟਾਂ, ਉਹਨਾਂ ਦੇ ਵਿੱਚ ਚਰਚਾ ਹੋਣੀ ਇਸ ਅੰਦੋਲਨ ਦੀ ਕਾਮਯਾਬੀ ਦਾ ਇੱਕ ਪ੍ਰਤੱਖ ਪ੍ਰਮਾਣ ਆ। ਜੇ ਸਰਕਾਰ ਅਜੇ ਵੀ ਲੋਕਾਂ ਦੀ ਗੱਲ ਨਹੀਂ ਸੁਣਦੀ ਤਾਂ ਇਹਨੂੰ ਤਾਨਾਸ਼ਾਹੀ ਸਰਕਾਰ ਇਹੀ ਕਿਹਾ ਜਾ ਸਕਦਾ। ਤਾਨਾਸ਼ਾਹੀ ਸਰਕਾਰ ਕਿਹਾ ਜਾ ਸਕਦਾ ਜਦੋਂ ਤੁਸੀਂ ਕਹਿੰਦੇ ਕਿ ਲੋਕਾਂ ਦੇ ਵਿੱਚ ਭਾਵੇਂ ਵਿਸ਼ਵਾਸ ਮਤ ਵਿਧਾਨ ਸਭਾ 'ਚ ਹਾਸਲ ਕਰ ਲਿਆ, ਪਰ ਲੋਕਾਂ ਦੇ ਵਿੱਚੋਂ ਵਿਸ਼ਵਾਸ ਮਤ ਉੱਠ ਗਿਆ ਹੈ। ਔਰ ਇਹਦਾ ਇੱਕ ਸਬੂਤ ਹੈ ਦਵਿੰਦਰ ਬੱਬਲੀ ਜਿਹੜੇ ਵਿਧਾਇਕ ਨੇ ਜੇਜੇਪੀ ਦੇ, ਉਹਨਾਂ ਦਾ ਇਹ ਕਹਿਣਾ ਕਿ ਲੋਕ ਲੱਠਾਂ ਲੈ ਕੇ ਖੜੇ ਆ ਤੇ ਸਾਨੂੰ ਹੁਣ ਲੋਹੇ ਦੇ ਅੰਡਰਗਾਰਮੈਂਟਸ ਪਾ ਕੇ ਨਿਕਲਣਾ ਪੈਣਾ, ਹੈਲਮਟ ਪਾ ਕੇ ਨਿਕਲਣਾ ਪੈਣਾ। ਮੇਰਾ ਖਿਆਲ ਹੈ ਕਿ ਇਹੀ ਚੀਜ਼ ਜਿਹੜੀ ਹੈ ਇਸ ਗੱਲ ਦਾ ਸਬੂਤ ਕਹੀ ਜਾ ਸਕਦੀ ਹੈ। ਆਪਾਂ ਗੱਲਬਾਤ ਕਰ ਲੈਂਦੇ ਆ। ਖੇਤੀਬਾੜੀ ਕਰਦੇ ਹੋ, ਕਿਸਾਨੀ ਨਾਲ ਸੰਬੰਧਿਤ ਹੋ, ਜਾਂ ਲੱਗਾ ਕਿ ਇਹ ਲੜਾਈ ਜਿਹੜੀ ਆ ਹੋਣ ਦੀ ਲੜਾਈ ਹੈ, ਸੱਚ ਦੀ ਲੜਾਈ ਹੈ, ਹੱਕਾਂ ਦੀ ਲੜਾਈ ਹੈ, ਤਾਂ ਕਰਕੇ ਇਸ ਕਤਾਰ ਦੇ ਵਿੱਚ ਖੜਨਾ ਚਾਹੀਦਾ ਸਾਨੂੰ? ਸਰ ਮੈਂ ਖੇਤੀਬਾੜੀ ਨਾਲ ਕਨੈਕਟਡ ਨਹੀਂ, ਮੇਰੇ ਪੇਰੈਂਟਸ ਜਾਂ ਇਨ-ਲॉज ਵੀ ਖੇਤੀਬਾੜੀ ਨਾਲ ਕਨੈਕਟਡ ਨਹੀਂ ਹੈਗੇ, ਪਰ ਕਿਸਾਨ ਵੀਰ ਜਿਹੜੀ ਲੜਾਈ ਲੜ ਰਹੇ ਨੇ ਉਹ ਸਿਰਫ ਉਹ ਸ਼ੁਰੂਆਤ ਜ਼ਰੂਰ ਕਿਸਾਨ ਵੀਰਾਂ ਨੇ ਕੀਤੀ ਹੈ, ਪਰ ਉਹਨਾਂ ਦੀ ਆਪਣੀ ਲੜਾਈ ਨਹੀਂ ਹੈ, ਇਹ ਸਾਰੀ ਜਨਤਾ ਦੀ ਲੜਾਈ ਹੈ। ਇਸ ਲਈ ਸਾਰੀ ਜਨਤਾ ਨੂੰ ਇਹਦੇ ਨਾਲ ਜੁੜਨਾ ਚਾਹੀਦਾ ਹੈ। ਸਾਨੂੰ ਇੱਥੇ ਇਹ ਗਰੁੱਪ ਸ਼ੁਰੂ ਹੋਏ ਨੂੰ ਮਹੀਨਾ ਹੋ ਗਿਆ, ਮੈਨੂੰ ਤਾਂ ਖੈਰ ਥੋੜੇ ਦਿਨ ਹੀ ਹੋਏ ਹਾਲੇ ਆਂਦੀ ਨੂੰ। ਤੁਸੀਂ ਦੇਖੋ ਜਿਹੜੇ ਤਿੰਨੋਂ ਕਾਨੂੰਨ ਨੇ ਇਹਨਾਂ ਦੇ ਨਾਲ ਹਰ ਨਾਗਰਿਕ ਨੇ ਇਫੈਕਟ ਹੋਣਾ, ਕਿਉਂਕਿ ਮੰਡੀਆਂ ਖਤਮ ਹੋ ਜਾਣਗੀਆਂ, ਹੋਰਡਿੰਗ ਸ਼ੁਰੂ ਹੋ ਜਾਏਗੀ, ਹੋਰਡਿੰਗ ਸ਼ੁਰੂ ਹੋਏਗੀ ਔਰ ਉਹਦੇ ਬਾਅਦ ਹਰ ਚੀਜ਼ ਹੈ ਜਿਹੜੀ ਉਹ ਮਹਿੰਗੀ ਵਿਕੇਗੀ। ਤੁਸੀਂ ਦੇਖੋ ਇਹ ਲੱਗਦਾ ਕਿ ਇਹ ਜਿਹੜੇ ਕਾਨੂੰਨ ਆਏ ਇਹ ਅੱਜ ਨਹੀਂ ਬਣੇ, ਸੀਲੋਸ ਜਿਹੜੇ ਨੇ ਉਹ ਪਹਿਲਾਂ ਬਣ ਚੁੱਕੇ ਨੇ, ਕਾਫੀ ਦੇਰ ਹੋ ਗਈ ਹੈ। ਇਹਦਾ ਮਤਲਬ ਇਹ ਕਾਨੂੰਨ ਦੀ ਜਿਹੜੀ ਡਰਾਫਟਿੰਗ ਹੈ ਉਹ ਸੀਲੋਸ ਬਣਨ ਤੋਂ ਪਹਿਲਾਂ ਹੋਈ ਹੋਣੀ ਹੈ। ਉਹਦੇ ਬਾਅਦ ਗਵਰਨਮੈਂਟ ਨੇ ਦੇਖਿਆ ਵੀ ਕਿੰਨੂੰ ਫਾਇਦਾ ਹੋ ਸਕਦਾ ਹੈ। ਸਰਕਾਰ ਦੇ ਜਿਹੜੇ ਦੋਸਤ ਹੈਗੇ ਨੇ ਕਾਰਪੋਰੇਟ ਹਾਊਸਿਸ ਨੇ, ਵੱਡੇ ਵੱਡੇ ਕਾਰਪੋਰੇਟ ਹਾਊਸਿਸ, ਉਹਨਾਂ ਦੀ ਹੀ ਡਰਾਫਟਿੰਗ ਲੱਗਦੀ ਹੈ, ਉਹਨਾਂ ਨੇ ਆਪਣੀ ਫੇਵਰ 'ਚ ਕੀਤੀ ਔਰ ਉਹਦੇ ਮੁਤਾਬਕ ਸੀਲੋਸ ਬਣਾਉਣੇ ਸ਼ੁਰੂ ਕਰ ਦਿੱਤੇ। ਹੁਣ ਸਰਕਾਰ ਜੇ ਕਹਿੰਦੀ ਹੈ ਕਿ ਅਸੀਂ ਇਹਦੇ 'ਚ ਸੋਧ ਕਰਨ ਨੂੰ ਤਿਆਰ ਹਾਂ, ਇਹਦਾ ਮਤਲਬ ਇਹ ਸਰਕਾਰ ਸਮਝਦੀ ਹੈ ਕਿ ਇਹ ਗਲਤ ਨੇ ਕਾਨੂੰਨ, ਪਰ ਹੁਣ ਉਹਨਾਂ ਨੂੰ
ਪਿੱਛੇ ਹਟਣ 'ਚ ਥੋੜਾ ਮੁਸ਼ਕਲ ਹੋ ਰਹੀ ਹੈ, ਪਰ ਇਹਦਾ ਮਤਲਬ ਇਹ ਹੈ ਕਿ ਕਿਸਾਨਾਂ ਦੀ ਜਿੱਤ ਹੈ ਕਿ ਜਿਹੜਾ ਉਹ ਸੋਧਾਂ ਲਈ ਬਣ ਗਏ ਨੇ। ਇਹਦਾ ਮਤਲਬ ਹੈ ਕਿ ਇਹ ਸਰਕਾਰ ਸਮਝਦੀ ਹੈ ਕਿ ਇਹ ਕਾਨੂੰਨ ਗਲਤ ਨੇ। ਸੋ ਕਤਾਰ ਬਹੁਤ ਲੰਬੀ ਹੈ। ਵੈਸੇ ਤਾਂ ਜੇ ਗੱਲਬਾਤ ਕਰਨ ਦਾ ਸਿਲਸਿਲਾ ਆਰੰਭਿਆ, ਮੈਨੂੰ ਲੱਗਦਾ ਕਿ ਬਹੁਤ ਲੰਬੀਆਂ ਚੌੜੀਆਂ ਗੱਲਾਂ ਇਹਦੇ ਬਾਰੇ ਕੀਤੀਆਂ ਜਾ ਸਕਦੀਆਂ, ਕਿਉਂਕਿ ਇਸ ਕਤਾਰ ਦੇ ਵਿੱਚ ਖੜੇ ਹੋਏ ਲੋਕ ਉਹ ਨੇ ਜਿਹੜੇ ਕਹਿੰਦੇ ਅਸੀਂ ਹੱਕਾਂ ਦੀ ਗੱਲ ਕਰਨ ਲਈ ਖੜੇ ਹੋਏ ਆ, ਭਾਵੇਂ ਜ਼ਮੀਨ ਹੈ ਤੇ ਭਾਵੇਂ ਜ਼ਮੀਨ ਨਹੀਂ ਆ, ਪਰ ਲੜਾਈ ਦੇ ਵਿੱਚ ਇਹਨਾਂ ਦੇ ਨਾਲ ਜ਼ਰੂਰ ਹੈਗੇ ਆ। ਤੇ ਇਹ ਜਿਹੜੀ ਲੜਾਈ ਵਿੱਢੀ ਗਈ ਆ ਔਰ ਇਹ ਮਹੀਨੇ ਤੋਂ ਲਗਾਤਾਰ ਇਹ ਸਿਲਸਿਲਾ ਚੱਲਦਾ ਪਿਆ ਕਿ ਸ਼ਹਿਰ ਦੇ ਲੋਕ, ਸ਼ਹਿਰ ਦੇ ਬਸ਼ਿੰਦੇ ਆਉਂਦੇ ਨੇ, ਭਾਵੇਂ ਖੇਤੀ ਕਰਦੇ ਨੇ ਭਾਵੇਂ ਨਹੀਂ ਕਰਦੇ, ਪਰ ਇਸ ਕਤਾਰ 'ਚ ਆਣ ਕੇ ਖੜ ਜਾਂਦੇ ਫਲੈਸ਼ ਕਾਰਡ ਲੈ ਕੇ। ਕੋਈ ਉਹਨਾਂ ਨਾਲ ਦੇਖੇ ਭਾਵੇਂ ਨਾ ਦੇਖੇ, ਪਰ ਉਹ ਹੱਕ ਦਾ ਨਾਅਰਾ ਜ਼ਰੂਰ ਮਾਰਦੇ ਨੇ ਇਸ ਅੰਦੋਲਨ ਦੇ ਪੱਖ ਦੇ ਵਿੱਚ। ਕਿਵੇਂ ਦੇਖਦੇ ਹੋ ਉਹਨੂੰ? ਮੈਂ ਸਮਝਦਾ ਇਹ ਬਹੁਤ ਵਧੀਆ ਗੱਲ ਹੈ, ਬਹੁਤ ਚੰਗੀ ਗੱਲ ਹੈ। ਜੇ ਚੀਜ਼ ਨੂੰ ਕਿਸਾਨ ਚਾਹੁੰਦਾ ਵੀ ਹਰ ਇੱਕ ਵਰਗ, ਹਰ ਇੱਕ ਵਿਅਕਤੀ ਜਾਗਰੂਕ ਹੋਣਾ ਚਾਹੀਦਾ। ਅੱਜ ਸਾਨੂੰ ਇਸ ਗੱਲ ਤੇ ਮਾਣ ਹੈ, ਸਾਰੇ ਲੋਕ ਜਾਗਰੂਕ ਹੋ ਰਹੇ ਆ, ਹਰ ਇੱਕ ਮਹੱਲੇ ਦੇ ਵਿੱਚ ਹੋ ਰਹੇ ਆ, ਹਰ ਦੇਸ਼ ਦੇ ਵਿੱਚ, ਸਾਡੇ ਸਾਰੇ ਦੇਸ਼ ਦੇ ਵਿੱਚ ਹੋ ਰਹੇ ਆ ਔਰ ਹਰ ਘਰ ਦੇ ਵਿੱਚ ਹੋ ਰਹੇ ਆ। ਇਹ ਜਾਗਰੂਕਤਾ ਹੈ ਜਿਹੜੀ ਹੁਣ ਅੱਜ ਕੱਲੇ ਜਨ ਦੇ ਵਿੱਚ ਪੈ ਰਹੀ ਆ। ਇਹ ਜਿਹੜੀ ਆ ਜਾਗਰੂਕਤਾ ਹੋਣੀ ਬਹੁਤ ਜ਼ਰੂਰੀ ਆ। ਜੇ ਸਾਡੇ ਲੋਕ ਜਾਗਰੂਕ ਨਾ ਹੋਣਗੇ, ਉਹ ਆਪਣੇ ਹੱਕਾਂ ਦੀ ਪੂਰਤੀ ਕਿੱਦਾਂ ਕਰਾਉਣਗੇ, ਆਪਣੇ ਹੱਕਾਂ ਦੀ ਰਾਖੀ ਕਿੱਦਾਂ ਕਰਾਉਣਗੇ? ਜਿਹੜੇ ਰਾਜਨੀਤਿਕ ਲੋਕ ਆ, ਇਹਨਾਂ ਨੇ ਤਾਂ ਇਹ ਫੜਿਆ ਹੋਇਆ, ਜਦੋਂ ਤਾਂ ਵੋਟਾਂ ਪੈਣੀਆਂ ਉਦੋਂ ਵੱਡੇ ਵਾਅਦੇ ਕਰਨੇ ਇਹਨਾਂ ਨੇ, ਇੰਨੇ ਵਾਅਦੇ ਕਰਨੇ, ਬਾਅਦ ਸ਼ੁਕਲ ਕਰਦੇ ਹੱਸਦੇ ਆ ਵੀ ਅਸੀਂ ਇੰਨੇ ਵਾਅਦੇ ਝੂਠੇ ਕਰ ਲਏ ਆ, ਤੇ ਉਹਨਾਂ ਨੂੰ ਪਕਾਉਣਾ ਨਹੀਂ। ਇਹ ਲੋਕ ਜੇ ਜਾਗਰੂਕ ਹੋ ਜਾਣਗੇ, ਫੇਰ ਇਹਨਾਂ ਨੂੰ ਕੰਨੋਂ ਫੜ ਕੇ ਪੁੱਛਣਗੇ ਉਹ ਕਿਹੜਾ ਲੀਡਰ ਆ ਤੂੰ, ਜੇ ਵਾਅਦੇ ਕਰਕੇ ਗਿਆ ਨਿਭਾਇਆ ਨਹੀਂ ਤਾਂ ਹੁਣ ਚੱਲ ਬਾਹਰ। ਅੱਛਾ, ਤੁਸੀਂ ਕਹਿੰਦੇ ਜਾਗਰੂਕ ਹੋ ਜਾਣਗੇ। ਹਾਂਜੀ। ਇਹ ਅੰਦੋਲਨ ਨੇ ਤੁਹਾਨੂੰ ਲੱਗਦਾ ਕਿ ਜਗਾਤਾ ਲੋਕਾਂ ਨੂੰ, ਉਹਨਾਂ ਦੀਆਂ ਅੱਖਾਂ ਖੋਲ ਦਿੱਤੀਆਂ? ਜਦੋਂ ਅਸੀਂ ਇਹ ਦੇਖਦੇ ਨਗਰ ਨਿਗਮ ਦੀਆਂ ਚੋਣਾਂ ਹੁੰਦੀਆਂ, ਸਿਰ ਫੇਰ ਇੱਕ ਦੂਜੇ ਦੇ ਪਾੜਦੇ ਆ। ਜਦੋਂ ਅਸੀਂ ਦੇਖਦੇ ਹਾਂ ਕਿ ਹਰਿਆਣੇ ਦੇ ਵਿੱਚ ਜਿਹੜੇ ਵਿਧਾਇਕਾਂ ਨੂੰ ਚੁਣ ਕੇ ਭੇਜਿਆ ਹੁੰਦਾ, ਜਿਨ੍ਹਾਂ ਦੇ ਉੱਤੇ ਬਹੁਤ ਭਰੋਸਾ ਕੀਤਾ ਹੁੰਦਾ ਕਿਸਾਨਾਂ ਨੇ, ਉਹ ਜਿਹੜਾ ਵਿਸ਼ਵਾਸ ਮਤ ਦੇ ਵਿੱਚ ਜਦੋਂ ਬੇਭਰੋਸਗੀ ਮਤ ਆਉਂਦਾ, ਹੱਕ ਦੇ ਵਿੱਚ ਫਿਰ ਸਰਕਾਰ ਦੇ ਵੋਟ ਪਾਉਂਦੇ ਆ। ਮੇਰੇ ਵੀਰ ਜੀ, ਗੱਲ ਇਹਦਾ ਹੈ, ਮਾਨਸਿਕ ਤੌਰ ਤੇ ਜਿਹੜੇ ਬੰਦੇ ਜਦੋਂ ਗੁਲਾਮ ਹੋ ਜਾਣ ਤੇ ਉਹਨਾਂ ਨੂੰ ਜਾਗਰੂਕ ਕਰਨ ਲਈ ਕੁਝ ਟਾਈਮ ਲੱਗਦਾ, ਪਰ ਜਾਗਰੂਕ ਹੋ ਰਹੇ ਆ। ਇਹਦੇ ਵਿੱਚ ਕੋਈ ਸ਼ੱਕ ਨਹੀਂ ਵੀ ਨਹੀਂ ਜਾਗਰੂਕ ਹੋ ਰਿਹਾ। ਪਿੰਡਾਂ ਦੇ ਲੋਕ ਹੋ ਰਹੇ, ਸ਼ਹਿਰਾਂ ਦੇ ਲੋਕ ਹੋ ਰਹੇ, ਮਹੱਲਿਆਂ ਦੇ ਹਰ ਇੱਕ ਵਰਗ ਦੇ। ਜਿਹੜੇ ਰਾਜਨੀਤਿਕ ਲੋਕ ਹੈ ਨਾ, ਇਹ ਝੂਠ ਬੋਲਣਾ ਆਉਂਦਾ ਇਹਨਾਂ ਨੂੰ, ਝੂਠੇ ਵਾਅਦੇ ਕਰਨੇ ਆ, ਹਰ ਗੱਲ ਤੇ ਝੂਠ ਬੋਲਣਾ। ਜੇ ਇਹਨਾਂ ਨੂੰ ਇੰਨਾ ਝੂਠ ਨਾ ਬੋਲਦੇ ਹੁੰਦੇ, ਸਾਡਾ ਅੱਜ ਦੇਸ਼ ਆ ਜਿਹੜਾ ਨਾ, ਇਹ ਭਾਰਤ ਦੇਸ਼ ਆ, ਨੰਬਰ 1 ਹੋਣਾ ਸੀ ਦੁਨੀਆ ਦਾ। ਪਰ ਇਹਨਾਂ ਨੇ ਇਸ ਦੇਸ਼ ਨੂੰ ਕਿੱਥੇ ਲਿਆ ਕੇ, ਜਦੋਂ ਮਹਾਰਾਜਾ ਰਣਜੀਤ ਸਿੰਘ ਸੀ ਉਦੋਂ ਸਾਡੇ ਕੋਲ ਜਿਹੜੀ ਉੱਥੇ ਦਾ ਪਾਉਂਡ ਸੀ, ਡਾਲਰ ਸੀ, ਜੋ ਵੀ ਸੀ, ਉਹਦੀ ਕੀਮਤ ਕਿੰਨੀ ਸੀ? ਸਾਡੀ ਕੀਮਤ ਜ਼ਿਆਦਾ ਸੀ, ਉਹਨਾਂ ਦੀ ਘੱਟ ਸੀ। ਤੇ ਅੱਜ ਕਿੱਥੇ ਖੜੇ ਆ ਅਸੀਂ? ਇਹ ਕਿਹੜੇ ਡਿਜੀਟਲ ਦੇਸ਼ ਦੀ ਗੱਲ ਕਰਦੇ ਆ? ਕਿਹੜਾ ਇਹ ਮੇਡ ਇਨ ਇੰਡੀਆ ਬਣਾਉਣ ਡਏ ਆ? ਉਦੋਂ ਅਗਵਾਈ ਕਰਨ ਵਾਲਿਆਂ ਦੇ ਕਿਰਦਾਰਾਂ ਦੀ ਵੀ ਤਾਂ ਗੱਲ ਚੱਲਦੀ ਹੈ ਕਿ ਉਹ ਡਾਲਰ ਵਾਲੇ ਮੁਕਾਬਲੇ ਦੇ ਮੁਤਾਬਕ ਜਿਹੜੇ ਉਹ ਉਹਨਾਂ ਦੇ ਕੱਦ ਕਿਰਦਾਰ ਵੀ ਓਡੇ ਸੀਗੇ। ਉਹ ਉਹਨਾਂ ਦੇ ਕੱਦ ਕਰਤਾਰ ਉੱਡੇ ਸੀ, ਉਹ ਬਲਾਤਕਾਰੀ ਨਹੀਂ ਸੀਗੇ, ਉਹ ਝੂਠ ਦੇ ਫੁੱਫੜ ਨਹੀਂ ਸੀਗੇ, ਉਹ ਸੱਚ ਬੋਲਦੇ ਸੀ, ਜੋ ਕਹਿੰਦੇ ਸੀ ਉਹ ਕਰਦੇ ਸੀ, ਉਹਨਾਂ ਦਾ ਮਾਦਾ ਸੀ, ਮਰਦ ਸੀ ਉਹ। ਇਹ ਤਾਂ ਹੈਗੇ ਆ ਗੁਲਾਮ ਆ। ਇਹਨਾਂ ਦਾ ਪਤਾ ਹੀ ਨਹੀਂ ਲੱਗਦਾ ਕਿ ਕਿਹੜਾ ਬੰਦਾ ਕਿਹੜਾ ਲੀਡਰ ਆ, ਕਿਹੜੀ ਪਾਰਟੀ ਦਾ। ਮੈਂ ਕਹਿੰਦਾ ਕਿਹੜੀ ਵੀ ਮਰਜ਼ੀ ਪਾਰਟੀ ਦਾ ਹੋਵੇ, ਕਦੋਂ ਇਹ ਬਲਾਤਕਾਰੀ ਕਰਦਾ ਫੜਿਆ ਜਾਣਾ ਤੇ ਫੇਰ ਕਹਿੰਦੇ ਸਾਡੀ ਪਾਰਟੀ ਦਾ ਨਹੀਂ ਹੈ, ਤੇ ਕਦੋਂ ਇਹਨਾਂ ਝੂਠ ਦਾ ਤਾਂ ਹੁਣ ਨਾਮੋ ਨਿਸ਼ਾਨੀ ਇਹਨਾਂ ਨੇ ਮੁਕਾਤਾ। ਇਹਨਾਂ ਨੇ ਇਹ ਤਖਈਆ ਕੀਤਾ ਹੋਇਆ ਆ ਵੀ ਜੇ 1000 ਵਾਰ ਜਾਂ 10000 ਵਾਰ ਝੂਠ ਬੋਲੀਏ ਤੇ ਸੱਚ ਹੋ ਜਾਂਦਾ ਆ। ਤੁਸੀਂ ਮੈਂ ਹੁਣ ਨਾਂ ਲੈ ਕੇ ਜੇ ਇੱਥੇ ਕਹਿਤਾ ਨਾ, ਸਵੇਰ ਨੂੰ ਇਹਨਾਂ ਨੇ ਮੇਰੇ ਘਰ ਮੂਹਰੇ ਧਰਨਾ ਲਾ ਲੈਣਾ। ਇਹ ਰਾਜਨੀਤਿਕ ਲੋਕਾਂ ਨੇ ਕਹਿਣਾ ਇਹ ਨਵਾਂ ਲੀਡਰ ਉੱਠ ਖੜਿਆ। ਮੈਂ ਤਾਂ ਭਰਾਵਾ ਗਰੀਬ ਬੰਦਾ ਆ, ਪਰ ਸੱਚ ਤਾਂ ਬੋਲਣਾ ਹੀ ਚਾਹੀਦਾ। ਮਾਰ ਦੇਣਾ, ਉਹ ਮਰਨ ਦਾ ਮੈਨੂੰ ਕੋਈ ਦਾ ਬੜਾ ਭੌ ਨਹੀਂ ਹੈਗਾ। ਜੰਮਣਾ ਮਰਨਾ ਹੁਕਮ ਹੈ, ਭਾਣੇ ਆਵੇ ਜਾਏ, ਪਰ ਇਹ ਰਾਜਨੀਤਿਕ ਲੋਕਾਂ ਤੋਂ ਬਚੋ ਔਰ ਸੱਚ ਦੇ ਨਾਲ ਜੁੜੋ। ਉਸ ਟਾਈਮ ਤੇ ਜਿਹੜੇ ਲੋਕ ਸੀ ਮਹਾਰਾਜਾ ਰਣਜੀਤ ਸਿੰਘ ਵਰਗੇ, ਉਹਨਾਂ ਦੇ ਤਾਂ ਇਹ ਪਰਛਾਵੇਂ ਵਰਗੇ ਵੀ ਨਹੀਂ, ਪੈਰਾਂ ਵਰਗੇ। ਇਹਨਾਂ ਨੇ ਕੀ ਹੋਣਾ? ਕਿੱਥੇ ਦੇਸ਼ ਇਹੀ ਜੀ ਨੀਤੀ ਹੋਵੇ ਤਾਂ ਫਿਰ ਦੇਸ਼ ਜਿਹੜਾ ਆ, ਅਸੀਂ ਦੇਸ਼ ਕਿਸੇ ਇੱਕ ਵਿਸ਼ੇਸ਼ ਵਿਅਕਤੀ ਦਾ ਨਹੀਂ, ਸਾਰਿਆਂ ਦਾ ਦੇਸ਼ ਸਾਂਝਾ। ਤੁਹਾਡਾ ਵੀ ਉਹਨਾਂ, ਸਾਡਾ ਵੀ ਉਹਨਾਂ, ਪਰ ਦੇਸ਼ ਤਰੱਕੀ ਕਰੂ ਸਾਨੂੰ ਖੁਸ਼ੀ ਹੋਊ। ਘਰ ਆਪਣਾ ਤਰੱਕੀ ਕਰਦਾ ਸਾਨੂੰ ਖੁਸ਼ੀ ਹੁੰਦੀ ਆ। ਤੇ ਜੇ ਹੁਣ ਮਾੜੇ ਕਾਨੂੰਨ ਲਿਆਂਦੇ ਆ, ਇਹਨਾਂ ਨੂੰ ਰੱਦ ਕਰੋ। ਇਹ ਥੋੜਾ ਵੀ ਅੱਜ ਤੁਸੀਂ ਪ੍ਰਧਾਨ ਮੰਤਰੀ ਬਣ ਗਏ, ਜਿੱਦਣ ਤੁਸੀਂ ਪ੍ਰਧਾਨ ਮੰਤਰੀ ਨਹੀਂ ਸੀ ਉਦੋਂ ਠੁਮਕੇ ਲਗਾਉਂਦੇ ਫਿਰਦੇ ਸੀ ਸਿਲੰਡਰ ਮੋਢੇ ਤੇ ਰੱਖ ਕੇ। ਅੱਜ ਹੀ ਸਿਲੰਡਰ ਮਹਿੰਗਾ ਹੋ ਗਿਆ ਤਾਂ ਹੁਣ ਰੋਜ਼ ਸਿਲੰਡਰ ਮਹਿੰਗਾ ਹੁੰਦਾ, ਰੋਜ਼ ਡੀਜ਼ਲ ਵੱਧਦਾ, ਰੋਜ਼ ਪੈਟਰੋਲ ਵੱਧਦਾ। ਉਦੋਂ ਤੁਸੀਂ ਕਹਿੰਦੇ ਸੀਗੇ ਦੇਸ਼, ਉਹ ਪੈਟਰੋਲੀਅਮ ਮੰਤਰੀ ਕਹਿੰਦੇ ਕਿ ਸਰਦੀਆਂ ਦੇ ਵਿੱਚ ਥੋੜਾ ਵੱਧ ਇਸਤੇਮਾਲ ਹੁੰਦਾ, ਇਸ ਕਰਕੇ ਮਹਿੰਗਾ ਹੋ ਜਾਂਦਾ। ਇਦਾਂ ਦੀਆਂ ਬਿਆਨਬਾਜ਼ੀਆਂ। ਆ ਜਿਹੜੀ ਪਾਰਟੀਆਂ ਦੀ ਗੱਲ ਕੀਤੀ ਹੈ, ਚਲੋ ਆਰੋਪ ਬਹੁਤ ਵੱਡੇ ਕਈਆਂ ਲੋਕਾਂ ਤੇ ਲੱਗੇ ਨੇ, ਬਲਾਤਕਾਰ ਦੀ ਗੱਲ ਕਰ ਲਈਏ, ਪਰ ਮੈਨੂੰ ਲੱਗਦਾ ਕਿ ਇਹ ਜ਼ਿਆਦਾ ਮਹੱਤਵਪੂਰਨ ਹੈ। ਹੁਣ ਪਾਰਟੀਆਂ ਦੇ ਵਖਰੇਵੇਂ ਜਿਹੜੇ ਉਹ ਖਤਮ ਹੋ ਗਿਆ, ਕਿਉਂਕਿ ਜਦੋਂ ਦੇਖੀਦਾ ਕਿ ਉਸੇ ਪਾਰਟੀ ਦੇ ਵਿੱਚ ਦੂਜੀ ਪਾਰਟੀ ਦੇ 40-50 ਬੰਦੇ ਆ ਜਾਂਦੇ ਆ ਤੇ ਫਿਰ ਉਸ ਪਾਰਟੀ 'ਚ ਉਧਰ ਚਲੇ ਜਾਂਦੇ ਆ। ਉਹ ਬੰਦੇ ਉਹੀ ਹੁੰਦੇ ਆ, ਪਾਰਟੀਆਂ ਬਦਲਦੀਆਂ ਰਹਿੰਦੀਆਂ ਆ, ਚੋਣ ਨਿਸ਼ਾਨ ਬਦਲਦੇ ਰਹਿੰਦੇ, ਰੰਗ ਢੰਗ ਜਿਹੜੇ ਉਹ ਬਦਲਦੇ ਰਹਿੰਦੇ ਆ, ਉਹ ਬਹੁਤ ਸਾਰੀਆਂ ਚੀਜ਼ਾਂ ਬਦਲਦੀਆਂ ਨੇ। ਕੁੱਲ ਮਿਲਾ ਕੇ ਕਹਿ ਲਈਏ ਤੇ ਇਹ ਲੋਕ ਜਿਹੜੇ ਆਵਾਜ਼ ਬੁਲੰਦ ਕਰਦੇ ਨੇ, ਇਹ ਲੋਕ ਜਿਹੜੇ ਕਿਸਾਨ ਅੰਦੋਲਨ ਦੇ ਪੱਖ ਦੇ ਵਿੱਚ ਗੱਲ ਕਰਦੇ ਨੇ, ਰੋਜ਼ ਆਣ ਕੇ ਖੜਦੇ ਨੇ ਇਸ ਮੁੱਖ ਮਾਰਗ ਤੇ।
ਇਹ ਮਾਰਕੀਟ ਦਾ ਰਸਤਾ ਹੈ ਜੀ, ਫਗਵਾੜੇ ਦੀ ਉਸ ਮਾਰਕੀਟ ਦਾ ਰਸਤਾ ਹੈ ਜਿੱਥੇ ਲਾਗੇ ਚੌਪਾਟੀ ਹੈ, ਜਿੱਥੇ ਲੋਕ ਵਿਅੰਜਨ ਖਾਣ ਲਈ ਆਉਂਦੇ ਨੇ ਤਰ੍ਹਾਂ ਤਰ੍ਹਾਂ ਦੇ। ਉਹਨਾਂ ਵਿਅੰਜਨਾਂ ਦੇ ਨਾਲ ਨਾਲ ਇਹਨਾਂ ਲੋਕਾਂ ਦੀ ਇਸ ਆਵਾਜ਼ ਨੂੰ ਵੀ ਸੁਣਦੇ ਨੇ, ਕਿਉਂਕਿ ਹੋ ਸਕਦਾ ਕਿ ਕੁਝ ਲੋਕਾਂ ਨੂੰ ਖਾਣ ਪੀਣ ਦੇ ਵਿੱਚ ਇਸ ਸਭ ਦੇ ਨਾਲ ਖਲਲ ਪੈਂਦਾ ਵੀ ਨਜ਼ਰ ਆਵੇ, ਪਰ ਉਸ ਖਲਲ ਦੇ ਨਾਲ ਨਾਲ ਜਿੱਦਾਂ ਕਨੈਣ ਥੋੜੀ ਜਿਹੀ ਕੌੜੀ ਲੱਗਦੀ ਹੁੰਦੀ ਹੈ ਪਰ ਗੁਣਕਾਰੀ ਬਹੁਤ ਹੁੰਦੀ ਹੈ, ਅਸਰ ਉਹਦਾ ਬਿਮਾਰੀਆਂ ਨੂੰ ਮਾਰਨ ਵਾਲਾ ਹੁੰਦਾ। ਸੋ ਇਸੇ ਤਰੀਕੇ ਨਾਲ ਇਹ ਗੱਲ ਵੀ ਉਹਨਾਂ ਦੇ ਕੰਨਾਂ ਤੱਕ ਲਾਜ਼ਮੀ ਤੌਰ ਤੇ ਜਿਹੜੀ ਆ ਉਹ ਪਹੁੰਚਦੀ ਹੋ ਸਕਦੀ ਆ। ਰੋਜ਼ਾਨਾ ਖੜਦੇ ਨੇ। ਮੈਨੂੰ ਲੱਗਦਾ ਕਿ ਇਹ ਇਸ ਅੰਦੋਲਨ ਦੀ ਪ੍ਰਾਪਤੀ ਵੀ ਹੈ ਕਿ ਜਿੱਥੇ 100 ਦਿਨ ਤੋਂ ਵੱਧ ਦਿੱਲੀ ਦੀ ਸਰਹੱਦ ਤੇ ਹੋ ਗਿਆ ਆ ਲੋਕਾਂ ਨੂੰ ਬੈਠਿਆਂ ਹੋਇਆਂ, 6-7 ਮਹੀਨੇ ਪੰਜਾਬ ਦੇ ਵਿੱਚ ਹੋ ਗਏ ਨੇ ਵੱਖਰੀਆਂ ਵੱਖਰੀਆਂ ਥਾਵਾਂ ਦੇ ਉੱਤੇ ਧਰਨੇ ਲੱਗਿਆਂ ਨੂੰ। ਉਸ ਸਭ ਦੇ ਦਰਮਿਆਨ ਜੇ ਲੋਕ ਸ਼ਹਿਰਾਂ ਦੇ ਵਿੱਚ ਵੀ ਇੰਜ ਕਤਾਰਾਂ ਬੰਨ੍ਹ ਕੇ ਖੜਦੇ ਨੇ ਤੇ ਆਪਣੇ ਆਪ ਦੇ ਵਿੱਚ ਇਸ ਅੰਦੋਲਨ ਦੀ ਪ੍ਰਾਪਤੀ ਵੀ ਹੈ। ਇਸ ਅੰਦੋਲਨ ਨੂੰ ਇਹ ਚੀਜ਼ਾਂ ਬਲ ਵੀ ਬਖਸ਼ਦੀਆਂ ਨੇ, ਪਰ ਅੰਦੋਲਨ ਨੂੰ ਬਲ ਮਿਲ ਰਿਹਾ ਆ। ਇਸ ਬਲ ਦਾ ਪ੍ਰਭਾਵ ਸਰਕਾਰ ਤੇ ਕਿੰਨਾ ਪੈ ਰਿਹਾ ਆ ਇਹ ਕੁਝ ਦੱਸਣ ਦੀ ਲੋੜ ਨਹੀਂ ਆ, ਤੁਹਾਡੇ ਸਾਹਮਣੇ ਆ। ਇੰਤਜ਼ਾਰ ਕੀਤਾ ਜਾ ਰਿਹਾ 5 ਸੂਬਿਆਂ ਦੀਆਂ ਚੋਣਾਂ ਦਾ ਕਿ ਕਦੋਂ ਨਿਬੜਦੀਆਂ ਨੇ, ਕਿੱਦਾਂ ਦੇ ਨਤੀਜੇ ਆਉਂਦੇ ਨੇ, ਉਹਦੇ ਮੁਤਾਬਕ ਫਿਰ ਇਸ ਅੰਦੋਲਨ ਦੇ ਵਿੱਚ ਆਗੂਆਂ ਨਾਲ ਗੱਲਬਾਤ ਕਰਨ ਲਈ ਰਣਨੀਤੀ ਬਣਾਈ ਜਾਏਗੀ। ਦੇਖਦੇ ਹਾਂ ਕਿ ਇਹ ਚੋਣਾਂ ਦੇ ਨਤੀਜੇ ਕਿਹੋ ਜਾਂਦੇ ਨੇ, ਕਿੱਦਾਂ ਦੀਆਂ ਸਥਿਤੀਆਂ ਬਣਦੀਆਂ ਨੇ ਤੇ ਉਹਦੇ ਤੋਂ ਬਾਅਦ ਗੱਲਬਾਤ ਕਿੱਥੇ ਚੱਲਦੀ ਹੈ। ਪਰ ਆਪਣੇ ਆਪ ਦੇ ਵਿੱਚ ਇਹ ਰੋਜ਼ ਇਹਨਾਂ ਲੋਕਾਂ ਦਾ ਕਤਾਰਾ ਬਣ ਕੇ ਸੜਕ ਤੇ ਖੜਨਾ ਮਾਇਨੇ ਖੇਜ਼ ਹੈ। ਕੈਮਰਾਮੈਨ ਪ੍ਰਵੀਨ ਬੌਬੀ ਦੇ ਨਾਲ ਜਸਵੀਰ, ਟੀਵੀ ਪੰਜਾਬ, ਫਗਵਾੜਾ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਊੜਾ ਟੈਕਸ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।